ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੈ ਨਾ ਜਾਏ। ਉਹ ਅਬਨਾਸੀ ਪੁਰਖ ਹੈ, ਜੋ ਸਭ ਮਹਿ ਰਹਿਆ ਸਮਾਏ। ਉਹ ਅਬਨਾਸੀ ਪੁਰਖ ਹੈ, ਜੋ ਸਭ ਮਹਿ ਰਹਿਆ ਸਮਾਏ। ਸ਼੍ਰੀ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ੍ਰੀ ਹਰਿ ਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦ ਹੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਅੰਤਰਜਾਮੀ, ਮਿਹਰਮਾਨ, ਦੀਨ ਦਿਆਲ, ਕਿਰਪਾਲ, ਪੂਰਨ ਪਾਰ ਬ੍ਰਹਮ ਪਰਮੇਸ਼ਰ। ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਲੋਕ ਪਰਲੋਕ ਕੇ ਮਾਲਕ, ਦਾਸਾਂ ਗਰੀਬਾਂ ਉਤੇ ਮਿਹਰਾਂ ਬਖਸ਼ਿਸ਼ਾਂ ਕਰਨ ਵਾਲੇ, ਵੱਡੇ ਵੱਡੇ ਗੁਨਾਹਾਂ ਨੂੰ ਮੁਆਫ ਕਰਨ ਵਾਲੇ ਸੱਚੇ ਪਾਤਸ਼ਾਹ, ਸਦਾ ਹੀ ਇੱਜ਼ਤ ਰੱਖਣ ਵਾਲੇ, ਬਖਸ਼ਿਸ਼ ਕਰਨ ਵਾਲੇ, ਮਿਹਰ ਕਰਨ ਵਾਲੇ ਸੱਚੇ ਪਾਤਸ਼ਾਹ। ਧੰਨ ਧੰਨ ਅੰਤਰਜਾਮੀ ਹਜੂਰ ਸੱਚੇ ਪਾਤਸ਼ਾਹ, ਮੁਕਤ ਭੁਗਤ ਜੁਗਤ ਦੇ ਮਾਲਕ ਸੱਚੇ ਪਾਤਸ਼ਾਹ, ਸਮੂਹ ਵਡਿਆਈਆਂ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਸਰਬ ਸੁੱਖਾਂ ਦੇ ਦਾਤੇ ਸਤਿਗੁਰੂ, ਗਰੀਬ ਨਵਾਜ, ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ। ਧੰਨ ਧੰਨ ਸਤਿਗੁਰੂ ਅੰਤਰਜਾਮੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਮਹਾਰਾਜ ਜੀ ਦੀ ਪਵਿੱਤਰ ਹਜੂਰੀ ਦੇ ਅੰਦਰ ਸੁਭਾਏਮਾਨ ਗੁਰੂ ਕੀ ਸਾਜੀ ਨਵਾਜੀ
ਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਬੜੇ ਹੀ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਪਵਿੱਤਰ ਗੁਰਬਾਣੀ ਦਾ ਕੀਰਤਨ ਸੁਣ ਰਹੇ ਸੀ। ਸਾਰੀ ਸੰਗਤ ਦਾਸ ਦੀ ਤੇ ਆਪਣੀ ਹਾਜ਼ਰੀ ਹਜੂਰ ਮਹਾਰਾਜ ਜੀ ਦੀ ਪਵਿੱਤਰ ਹਜੂਰੀ ਵਿੱਚ ਮਹਾਰਾਜ ਜੀ ਦੇ ਚਰਨਾਂ ਵਿੱਚ ਲਵਾਓ ਜੀ। ਦੋਵੇਂ ਹੱਥ ਜੋੜੋ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੇਰੀ ਪੀਰੀ ਦੇ ਮਾਲਕ ਸਤਿਗੁਰੂ, ਤਿੰਨਾਂ ਦਾ ਪਵਿੱਤਰ ਇਤਿਹਾਸ, ਸੁਖ ਦੇਣ ਵਾਲਾ ਇਤਿਹਾਸ, ਗਿਆਨ ਭਰਪੂਰ ਇਤਿਹਾਸ, ਆਤਮ ਰਸ ਦੇਣ ਵਾਲਾ ਇਤਿਹਾਸ, ਆਪ ਸਭ ਸੰਗਤਾਂ ਨੇ ਬੜੇ ਹੀ ਪ੍ਰੇਮ ਦੇ ਨਾਲ ਇਸ ਅਸਥਾਨ ਤੇ ਸੱਜ ਕੇ, ਆਪਣੇ ਘਰਾਂ ਵਿੱਚ ਸੱਜ ਕੇ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਸੁਣਿਆ ਤੇ ਆਪਣਾ ਸਮਾਂ ਸਫਲਾ ਕੀਤਾ ਜੀ। ਹਜੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੀਰ ਦਾ ਸੰਸਕਾਰ ਜਿਸ ਤਰੀਕੇ ਦੇ ਨਾਲ ਹੋਇਆ, ਉਹ ਪ੍ਰਸੰਗ ਤੁਸਾਂ ਕੱਲ ਨੂੰ ਸਰਵਣ ਕੀਤਾ ਸੀ। ਬਹੁਤ ਸਾਰੀ ਸੰਗਤ ਜਿਹਨੂੰ ਪਤਾ ਲੱਗਾ, ਉਹ ਆਪੋ ਆਪਣੇ ਘਰ ਛੱਡ ਕੇ, ਕੰਮਕਾਰ ਛੱਡ ਕੇ ਸਤਿਗੁਰੂ ਜੀ ਦੇ ਪਵਿੱਤਰ ਸਰੀਰ ਦੇ ਦਰਸ਼ਨ ਕਰਨ ਆਏ। ਲੰਮੀਆਂ ਲਾਈਨਾਂ 'ਚ ਲੱਗ ਕੇ ਸੰਗਤਾਂ ਨੇ ਦਰਸ਼ਨ ਕੀਤੇ। ਬੜਾ ਹੀ ਵੈਰਾਗ ਸੰਗਤਾਂ ਦੇ ਮਨ ਵਿੱਚ ਸੀ। ਸੰਗਤ ਕੋਲੋਂ ਇਹ ਜਿਹੜਾ ਵਿਛੋੜਾ ਸੀ ਉਹ ਨਾ ਸਹਿਣ ਯੋਗ ਸੀਗਾ ਜੀ। ਤੁਸਾਂ ਸੁਣਿਆ, ਬਹੁਤ ਸਾਰੀਆਂ ਸੰਗਤਾਂ ਨੇ ਕਈ ਪ੍ਰਕਾਰ ਦੇ ਵਸਤਰ ਗੁਰੂ ਜੀ ਨੂੰ ਅਰਪਿਤ ਕੀਤੇ। ਸਤਿਗੁਰਾਂ ਦੇ ਛੱਡੇ ਹੋਏ ਸਰੀਰ ਦੀ ਬੜੀ ਪੂਜਾ ਕੀਤੀ ਜੀ ਸੰਗਤ ਨੇ, ਭਾਵ ਸਤਿਕਾਰ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਵਿੱਤਰ ਸਰੀਰ ਬਾਅਦ ਵਿੱਚ ਬੜੇ ਹੀ ਪਿਆਰ ਦੇ ਨਾਲ ਸਿੱਖਾਂ ਵੱਲੋਂ ਤਿਆਰ ਹੋਏ ਵਿਵਾਨ ਵਿੱਚ ਸਜਾਇਆ ਗਿਆ ਔਰ ਗੁਰੂ ਹਰਿਰਾਏ ਸਾਹਿਬ ਜੀ ਆਪ ਚੌਰ ਸਾਹਿਬ ਫੜ ਕੇ ਸਰੀਰ ਉੱਤੇ ਚੌਰ ਸਾਹਿਬ ਕਰਦੇ ਨੇ। ਬਾਬਾ ਸੂਰਜਮਲ ਜੀ, ਗੁਰੂ ਤੇਗ ਬਹਾਦਰ ਸਾਹਿਬ ਤੇ ਹੋਰ ਸੰਗਤਾਂ ਨੇ ਮਿਲ ਕੇ ਗੁਰੂ ਜੀ ਦਾ ਸਰੀਰ ਵਿਵਾਨ ਉੱਪਰ ਚੁੱਕਿਆ ਤੇ ਸੰਗਤ ਜੀ ਹਜੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੀਰ ਉਸ ਸਥਾਨ ਤੇ ਲੈ ਕੇ ਗਏ ਜਿੱਥੇ ਗੁਰੂ ਜੀ ਦੇ ਸਰੀਰ ਦਾ ਸੰਸਕਾਰ ਹੋਣਾ ਸੀਗਾ ਜੀ। ਮਹਾਰਾਜ ਜੀ ਦੇ ਸਰੀਰ ਨੂੰ ਚਿਖਾ ਦੇ ਉੱਤੇ ਸਜਾਇਆ ਗਿਆ। ਬੜਾ ਹੀ ਸੰਗਤਾਂ ਦੇ ਅੰਦਰ ਬੈਰਾਗ, ਸਤਿਗੁਰੂ ਜੀ ਦੇ ਪਵਿੱਤਰ ਸਰੀਰ ਦਾ ਸੰਸਕਾਰ ਕੀਤਾ ਗਿਆ। ਇਹ ਪ੍ਰਸੰਗ ਤੁਸਾਂ ਕੱਲ ਸਰਵਣ ਕੀਤਾ ਸੀ। ਸੰਗਤ ਬੈਠੀ ਬਹੁਤ ਵੈਰਾਗ ਕਰੇ। ਬਾਬਾ ਭਾਨਾ ਜੀ ਨੇ ਸਭ ਨੂੰ ਸੁਮਤ ਦਿੱਤੀ, ਭਾਈ ਸਾਧ ਸੰਗਤ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਿਤੇ ਵੀ ਨਹੀਂ ਗਏ। ਗੁਰੂ ਹਰਗੋਬਿੰਦ ਸਾਹਿਬ ਸਾਡੇ ਵਿੱਚ ਨੇ। ਭਾਵਨਾ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰੋ, ਮਹਾਰਾਜ ਤੁਹਾਨੂੰ ਹੁਣੇ ਹੀ ਦਰਸ਼ਨ ਦੇ ਦੇਣਗੇ ਜੀ। ਇਸ ਤਰ੍ਹਾਂ ਦੇ ਬਚਨ ਕੀਤੇ। ਆਪਾਂ ਕੱਲ ਵੀ ਬਚਨਾਂ ਦੀ ਸਾਂਝ ਪਾਈ ਸੀ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਜੋ ਸਭ ਮਹਿ ਰਹਿਆ ਸਮਾਏ। ਸੱਚੇ ਪਾਤਸ਼ਾਹ ਮਹਾਰਾਜ ਸਦਾ ਰਹਿਣ ਵਾਲੇ ਨੇ, ਨਾ ਆਉਣ ਜਾਣ ਦੇ ਚੱਕਰ ਵਿੱਚ ਨਹੀਂ ਹੈਗੇ ਜੀ। ਆਪਾਂ ਇੱਕ ਗੱਲ ਪਰਮੇਸ਼ਰ ਦੇ ਬਾਰੇ ਕਹਿੰਦੇ ਵੀ ਪਰਮੇਸ਼ਰ ਜੀ ਓਮਨੀ ਪ੍ਰੈਜ਼ੈਂਟ ਨੇ ਜੀ, ਭਾਵ ਹਰ ਥਾਂ ਤੇ ਨੇ ਤੇ ਸਰਬ ਵਿਆਪਕ ਨੇ। ਇਸ ਸੰਸਾਰ ਦੇ ਵਿੱਚ, ਸਿੱਖ ਜਗਤ ਵਿੱਚ ਬਹੁਤ ਸਾਰੇ ਅਸਥਾਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਦੇ ਬਣੇ ਹੋਏ ਜੀ, ਬਹੁਤ ਸਾਰੇ ਅਸਥਾਨ, ਤੇ ਹਰ ਅਸਥਾਨ ਤੇ ਭਾਵਨਾ ਰੱਖ ਕੇ ਵੇਖੋ ਸਤਿਗੁਰੂ ਸਾਰੇ ਅਸਥਾਨਾਂ ਤੇ ਹਾਜ਼ਰ ਨਾਜ਼ਰ ਨੇ। ਘਰ ਵਿੱਚ ਭਾਵਨਾ ਰੱਖ ਕੇ ਬੈਠ ਜਾਓ, ਸੱਚੇ ਪਾਤਸ਼ਾਹ ਉੱਥੇ ਵੀ ਹਾਜ਼ਰ ਨਾਜ਼ਰ ਨੇ। ਵਿਦੇਸ਼ ਵਿੱਚ ਯਾਦ ਕਰੋ, ਸੱਚੇ ਪਾਤਸ਼ਾਹ ਉੱਥੇ ਵੀ ਹਾਜ਼ਰ ਨਾਜ਼ਰ ਨੇ। ਸਰਬ ਵਿਆਪੀ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ। ਸੋ ਗੁਰੂ ਜੀ ਦੀ ਪਵਿੱਤਰ ਕਥਾ ਆਪ ਸਭ ਸੰਗਤਾਂ ਨੇ ਸੁਣੀ। 10 ਦਿਨ ਤੱਕ ਸੰਗਤ ਵਿੱਚ ਗੁਰੂ ਕੀ ਬਾਣੀ ਦਾ ਕੀਰਤਨ ਹੋਇਆ, ਅਰਦਾਸ ਹੋਈ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤੀਆਂ, ਲੰਗਰ ਵਰਤੇ। ਸਾਰੀਆਂ ਸੰਗਤਾਂ ਬੈਰਾਗ ਕਰ ਰਹੀਆਂ ਸਨ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਯਾਦ ਜਿਹੜੀ ਹੈ ਉਹ ਅਭੁੱਲ ਯਾਦ ਹੈ ਸੰਗਤ ਵਾਸਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਕੇ ਕਈ ਦਿਨ ਗੁਰੂ ਕੇ ਸਿੱਖ ਬੈਰਾਗ ਕਰਦੇ ਰਹੇ। ਬਾਬਾ ਬਾਬਕਰ ਬਾਬੇ ਜੀ ਦਾ ਪੁੱਤਰ ਕਈ ਦਿਨ ਗੁਰੂ ਜੀ ਦੀ ਯਾਦ ਵਿੱਚ ਉਹਨਾਂ ਨੇ ਗੁਰੂ ਕੀ ਬਾਣੀ ਦਾ ਕੀਰਤਨ ਸੰਗਤ ਨੂੰ ਸੁਣਾਇਆ ਤੇ ਆਪਣੇ ਪੁੰਨਾਂ ਨੂੰ ਵਧਾਇਆ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਕਥਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤੁਸੀਂ ਬੜੇ ਪ੍ਰੇਮ ਦੇ ਨਾਲ ਸੁਣ ਰਹੇ ਹੋ। ਕਥਾ ਸੰਪੂਰਨ ਹੋਈ ਹੈ। ਮਹਾਰਾਜ ਮਿਹਰ ਕਰਨ ਸੱਚੇ ਪਾਤਸ਼ਾਹ।
ਦਾਸਰਿਆਂ ਦੇ ਸਿਰ ਤੇ, ਤੁਹਾਡੇ ਸੰਗਤਾਂ ਦੇ ਸਿਰ ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ ਤੇ ਸੱਚੇ ਪਾਤਸ਼ਾਹ ਮਹਾਰਾਜ ਆਪ ਆਪਣੀ ਕਥਾ ਕਰਾਉਣ ਜੀ। ਹੁਣ ਅਗਲੀ ਕਥਾ ਵਾਲੇ ਪਾਸੇ ਚਿੱਤ ਜੋੜੋ। ਮਹਾਰਾਜ ਜੀ ਦੇ ਸਰੀਰ ਤੋਂ ਬਾਅਦ, ਤਿਆਗਣ ਤੋਂ ਬਾਅਦ ਕਈ ਦਿਨ ਗੁਰੂ ਸਾਹਿਬ ਮਹਾਰਾਜ ਜੀ ਦੇ ਯਾਦ ਵਿੱਚ ਗੁਰਮੁਖੋ ਕੀਰਤਨ ਹੁੰਦਾ ਰਿਹਾ। ਤੇ ਇਹਦੇ ਤੋਂ ਅੱਗੇ ਹੁਣ ਪ੍ਰਸੰਗ ਆਪਾਂ ਸਰਵਣ ਕਰਨਾ। ਸੰਗਤਾਂ ਕੀਰਤਪੁਰ ਸਾਹਿਬ ਤੋਂ ਆਪੋ ਆਪਣੇ ਘਰ ਜਾ ਰਹੀਆਂ ਜੀ। ਕਿਉਂ? ਤੁਸਾਂ ਕਥਾ ਸੁਣੀ। ਗੁਰੂ ਹਰਗੋਬਿੰਦ ਸਾਹਿਬ ਜਦੋਂ ਸਰੀਰ ਕਰਕੇ ਸਨ, ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਨੂੰ ਦੂਰੋਂ ਦੂਰੋਂ ਸੱਦ ਲਿਆ ਸੀਗਾ ਜੀ। ਪਤਾ ਨਹੀਂ ਕਿੱਥੋਂ ਕਿੱਥੋਂ, ਕਿਹੜੇ ਕਿਹੜੇ ਦੇਸ਼ਾਂ 'ਚੋਂ ਸੰਗਤ ਆਈ। ਤੁਸਾਂ ਸੁਣਿਆ ਮੁਲਤਾਨ ਤੋਂ, ਪਤਾ ਨਹੀਂ ਕਿੱਥੋਂ ਕਿੱਥੋਂ ਜੀ ਉਹਨਾਂ ਦਿਨਾਂ ਵਿੱਚ ਸੰਗਤ ਆਈ ਸੀਗੀ। ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਕੇ ਬੈਰਾਗੀ ਵੀ ਹੋ ਰਹੀ ਹੈ। ਹੁਣ ਉਹ ਸੰਗਤ ਆਪੋ ਆਪਣੇ ਘਰਾਂ ਨੂੰ ਜਾਣ ਦੀ ਤਿਆਰੀ ਕਰਨ ਲੱਗ ਪਈ ਜੀ। ਜਿੱਥੇ ਜਿੱਥੇ ਜਿਹਦਾ ਜਿਹਦਾ ਘਰ ਸੀ, ਉੱਥੇ ਉੱਥੇ ਜਾਣ ਦੀ ਉਹਨੇ ਤਿਆਰੀ ਆਰੰਭ ਕਰ ਦਿੱਤੀ ਜੀ। ਕੁਝ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ, ਭਾਈ ਸਾਡੇ ਤੋਂ ਬਾਅਦ ਤੁਸਾਂ ਆਹ ਕੰਮ ਕਰਨਾ। ਉਹ ਤੇ ਸਿੱਖ ਫਿਰ ਉਵੇਂ ਜੁਟ ਗਏ ਸਨ। ਹੁਣ ਅਗਲੀ ਕਥਾ ਆਪ ਜੀ ਪ੍ਰੇਮ ਦੇ ਨਾਲ ਸੁਣੋ। ਸਾਰੀ ਸੰਗਤ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਮੁਖੋ ਮਹਾਰਾਜ। ਅੱਜ ਵੀ ਕੋਈ ਭਾਵਨਾ ਦੇ ਨਾਲ ਨੇਤਰ ਬੰਦ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰੇ, ਨਾਮ ਲੈਣ ਦੇ ਨਾਲ ਬੰਦੇ ਦੀ ਮੱਤ ਪਵਿੱਤਰ ਹੋ ਜਾਂਦੀ ਜੀ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਚੰਗੀ ਮੱਤ ਨੂੰ ਪ੍ਰਕਾਸ਼ ਕਰਨ ਵਾਲੇ ਹੈਗੇ ਜੀ। ਬੁੱਧੀ ਵਿੱਚ ਮਾੜੀ ਮੱਤ ਹੋਵੇ, ਬਾਰ-ਬਾਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਲਿਆ, ਬੜਾ ਹੀ ਸਿੱਖ ਦਾ ਭਲਾ ਹੁੰਦਾ ਜੀ। ਪਿੱਛੇ ਜੇ ਇੰਗਲੈਂਡ ਤੋਂ ਪ੍ਰੇਮੀ ਆਏ, ਉਹ ਦੱਸ ਰਹੇ ਸਨ, ਤੁਸੀਂ ਕਥਾ ਸੁਣੀ ਜੀ। ਗੋਰੀ ਬੀਬੀ ਜੀ, ਉਹਦਾ ਕੇਸ ਹੱਲ ਨਹੀਂ ਸੀ ਹੁੰਦਾ ਜੀ। ਕੋਈ ਇਹੋ ਜਿਹੀ ਗੱਲ ਪੈ ਗਈ, ਉਹਨੇ ਪੁੱਛਿਆ ਵੀ ਮੈਂ ਕੀ ਕਰਾਂ। ਗੁਰੂ ਕੇ ਸਿੱਖ ਨੇ ਦੱਸਿਆ ਕਥਾ ਸਰਵਣ ਕਰਕੇ ਵੀ ਬੀਬਾ ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਿਆ ਕਰ, ਸਵੇਰੇ ਸ਼ਾਮ ਯਾਦ ਕਰਿਆ ਕਰ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਗੁਰੂ ਜੀ ਦਾ ਨਾਮ ਲਿਆ ਕਰ। ਨਾਮ ਲੈਣ ਦੇ ਨਾਲ ਤੇਰੇ ਅੜੇ ਹੋਏ ਕੰਮ ਸਿੱਧੇ ਹੋ ਜਾਣਗੇ ਜੀ। ਤੇ ਗੁਰਮੁਖੋ ਉਹ ਗੋਰੀ ਦੀ ਸ਼ਰਧਾ ਬਣੀ। ਗੋਰੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਬਾਰ-ਬਾਰ ਲਿਆ ਤੇ ਉਹਦਾ ਜਿਹੜੇ ਕਾਰਜ ਸੀਗੇ, ਜਿਹੜਾ ਕੇਸ ਕਈ ਸਾਲਾਂ ਤੋਂ ਅੜਿਆ ਹੋਇਆ ਸੀ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਹ ਹੱਲ ਹੋ ਗਿਆ ਜੀ। ਫਿਰ ਉਸ ਗੋਰੀ ਦੀ ਇੰਨੀ ਸ਼ਰਧਾ ਬਣੀ, ਉਹਨੇ ਹੁਣ ਥੋੜੇ ਦਿਨਾਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਇਹ ਅਕਾਲ ਤਖਤ ਸਾਹਿਬ ਆਉਣਾ, ਇਸ ਅਸਥਾਨ ਤੇ ਵੀ ਆਉਣਾ ਜੀ, ਜਿੱਥੋਂ ਉਹਨਾਂ ਨੂੰ ਇਹ ਕਥਾ ਸੁਣਨ ਦਾ ਮੌਕਾ ਮਿਲਿਆ ਜੀ। ਸੋ ਸੰਗਤ ਜੀ, ਸੱਚੇ ਪਾਤਸ਼ਾਹ ਜੀ ਨੂੰ ਅੱਜ ਵੀ ਕੋਈ ਪ੍ਰੇਮ ਦੇ ਨਾਲ ਯਾਦ ਕਰੇ, ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰ ਦਿੰਦੇ ਨੇ। ਸੋ ਬੜੇ ਪ੍ਰੇਮ ਨਾਲ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੇਤ ਸੁਦੀ ਪੰਚਮੀ ਸੰਮਤ 1600 ਬਿਕਰਮੀ ਨੂੰ ਸਤਿਗੁਰੂ ਜੀ ਨੇ ਆਪਣਾ ਸਰੀਰ ਤਿਆਗਿਆ ਜੀ। ਫੇਰ ਸਰਵਣ ਕਰੋ। ਚੇਤ ਸੁਦੀ ਪੰਚਮੀ ਸੰਮਤ 1600 ਬਿਕਰਮੀ ਨੂੰ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਰੀਰ ਤਿਆਗਿਆ। ਹੁਣ ਅੱਗੋਂ ਕਥਾ ਵਿਚਾਰ ਸਰਵਣ ਕਰੋ। ਜੋੜੋ ਦੋਵੇਂ ਹੱਥ ਤੇ ਦੁਬਾਰਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਥਾ ਜੋਗ ਸਭ ਹੀ ਕਰਵਾਏ, ਨਿਜ ਨਿਜ ਸਦਨ ਗਏ ਸਮੁਦਾਏ। ਜਿਸ ਪ੍ਰਕਾਰ ਜਿੰਨਾ ਕੁ ਯੋਗਤਾ ਹਰ ਇੱਕ ਸਿੱਖ ਦੀ ਸੀ, ਉਸ ਤਰੀਕੇ ਦੇ ਨਾਲ ਉਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਤੀ ਪਿਆਰ ਜ਼ਾਹਰ ਕੀਤਾ ਜੀ। ਕਈ ਦਿਨ ਕੀਰਤਪੁਰ ਸਾਹਿਬ ਵਿੱਚ ਗੁਰੂ ਜੀ ਦੀ ਯਾਦ ਵਿੱਚ ਲੰਗਰ ਲੱਗੇ ਰਹੇ ਜੀ। ਕਈ ਦਿਨ ਜੀ, ਕਿਉਂ ਬਹੁਤ ਸਾਰੀ ਸੰਗਤ ਆਉਂਦੀ ਸੀਗੀ। ਕਈ ਦਿਨ ਲੰਗਰ ਲੱਗਾ ਰਿਹਾ ਜੀ ਕੀਰਤਪੁਰ ਸਾਹਿਬ ਵਿੱਚ। ਹਾਂਜੀ। ਰਾਏ ਜੋਧ ਕਾਂਗੜ ਕੋ ਗਇਓ। ਰਾਏ ਜੋਧ ਨੂੰ ਸੱਚੇ ਪਾਤਸ਼ਾਹ ਨੇ ਆਖਿਆ ਸੀ, ਭਾਈ ਰਾਏ ਜੋਧ ਸਾਡੇ ਸਰੀਰ ਤਿਆਗਣ ਤੋਂ ਬਾਅਦ ਤੁਸੀਂ ਆਪਣੇ ਕਾਂਗੜਪੁਰ ਚਲ ਜਾਣਾ। ਹਾਂਜੀ, ਤੁਸੀਂ ਸੁਣਿਆ
ਜਦੋਂ ਸੱਚੇ ਪਾਤਸ਼ਾਹ ਸਰੀਰ ਕਰਕੇ ਸੀ ਨਾ ਜੀ, ਤੇ ਮਹਾਰਾਜ ਭਾਈ ਰੂਪਾ ਜੀ ਦੇ ਘਰ ਵਿੱਚ ਸੱਜੇ ਸਨ, ਤੇ ਰਾਏ ਜੋਧ ਨੇ ਭਾਈ ਰੂਪਾ ਜੀ ਦੇ ਪਿੰਡ ਆ ਕੇ ਦਰਸ਼ਨ ਕੀਤੇ ਸਨ ਗੁਰੂ ਜੀ ਦੇ, ਆਪਣੀ ਪਤਨੀ ਤੋਂ ਸੁਣ ਕੇ। ਤੇ ਰਾਏ ਜੋਧ ਨੇ ਬੇਨਤੀ ਕੀਤੀ ਸੀ, ਮਹਾਰਾਜ ਮੇਰੇ ਕਾਂਗੜਪੁਰ ਚੱਲ ਕੇ ਕਾਂਗੜਪੁਰ ਦੀ ਧਰਤੀ ਨੂੰ ਪਵਿੱਤਰ ਕਰੋ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਕਾਂਗੜਪੁਰ ਗਏ। ਉੱਥੇ ਹੀ ਫਿਰ ਤੀਜਾ ਜੰਗ ਵੀ ਹੋਇਆ ਜੀ। ਜੰਗ ਵਿੱਚ ਰਾਏ ਜੋਧ ਤੇ ਰਾਏ ਜੋਧ ਦੀ ਪਤਨੀ ਨੇ ਗੁਰੂ ਜੀ ਦੀ ਬੜੀ ਵੱਡੀ ਖੁਸ਼ੀ ਲਈ ਸੀਗੀ ਜੀ। ਜੰਗ ਦੀ ਸਮਾਪਤੀ ਤੋਂ ਬਾਅਦ ਰਾਏ ਜੋਧ ਦੇ ਸਰੀਰ ਉੱਤੇ ਬੜੇ ਜ਼ਖਮ ਸੀਗੇ। ਰਾਏ ਜੋਧ ਦੀ ਪਤਨੀ ਨੇ ਵਿਚਾਰ ਕੀਤੀ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੇ ਘਰ ਵਿੱਚ ਸੱਦੀਏ ਜੀ। ਸੱਚੇ ਪਾਤਸ਼ਾਹ ਉਹਨਾਂ ਦੇ ਘਰ ਵਿੱਚ ਗਏ। ਰਾਏ ਜੋਧ ਨੇ ਤੇ ਰਾਏ ਜੋਧ ਦੀ ਪਤਨੀ ਨੇ ਬੜੇ ਪਿਆਰ ਨਾਲ ਗੁਰੂ ਜੀ ਨੂੰ ਪ੍ਰਸ਼ਾਦਾ ਵੀ ਛਕਾਇਆ ਸੀਗਾ ਜੀ। ਜਦੋਂ ਮਹਾਰਾਜ ਸਰੀਰ ਕਰਕੇ ਸਨ, ਰਾਏ ਜੋਧ ਨੂੰ ਸਾਰੀਆਂ ਹੀ ਗੱਲਾਂ ਯਾਦ ਆਉਣ ਜੀ। ਹਾਂਜੀ, ਤੇ ਰਾਏ ਜੋਧ ਦੀ ਪਤਨੀ ਤੇ ਗੁਰੂ ਜੀ ਬੜੇ ਪ੍ਰਸੰਨ ਹੋਏ ਸਨ ਜੀ, ਕਿਉਂ ਉਹਨੇ ਬੜੀ ਭਾਵਨਾ ਨਾਲ ਗੁਰੂ ਜੀ ਦੀ ਸੇਵਾ ਕੀਤੀ ਸੀਗੀ। ਸੱਚੇ ਪਾਤਸ਼ਾਹ ਨੇ ਆਖਿਆ ਸੀ, ਤੂੰ ਦੋਨਾਂ ਲੋਕਾਂ ਦੀ ਸੁਹਾਗਣ ਜੀ। ਤੁਸੀਂ ਬਚਨ ਸੁਣਿਆ ਸੀ, ਕਥਾ ਸੁਣੀ ਸੀ। ਰਾਏ ਜੋਧ ਦੀ ਪਤਨੀ ਨੂੰ ਗੁਰੂ ਛੇਵੇਂ ਪਾਤਸ਼ਾਹ ਨੇ ਆਖਿਆ ਸੀ, ਤੂੰ ਦੋਨਾਂ ਲੋਕਾਂ ਦੀ ਸੁਹਾਗਣ ਹੈ। ਕਹਿਣ ਲੱਗੇ, ਇੱਥੇ ਵੀ ਤੇਰਾ ਸੁਹਾਗ ਭਾਗ ਕਾਇਮ ਰਹੇਗਾ, ਅਗਾਂਹ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਤੈਨੂੰ ਸੁਹਾਗਣ ਹੀ ਮੰਨਿਆ ਜਾਏਗਾ ਜੀ। ਰਾਏ ਜੋਧ ਦੀ ਪਤਨੀ ਨੇ ਬੜੀ ਖੁਸ਼ੀ ਲਈ ਸੀ ਸੱਚੇ ਪਾਤਸ਼ਾਹ ਦੀ। ਪਤਨੀ ਵੀ ਗੁਰੂ ਜੀ ਨੂੰ ਬੜਾ ਯਾਦ ਕਰੇ ਵੀ ਮੈਨੂੰ ਸੱਚੇ ਪਾਤਸ਼ਾਹ ਬੜਾ ਮਹਾਨ ਬਚਨ ਦੇ ਕੇ ਗਏ ਨੇ, ਤੂੰ ਦੋਨਾਂ ਲੋਕਾਂ ਦੀ ਸੁਹਾਗਣ ਹੈ। ਰਾਏ ਜੋਧ ਤੇ ਰਾਏ ਜੋਧ ਦੀ ਪਤਨੀ ਨੇ ਆਖਿਆ, ਮਹਾਰਾਜ ਸਾਰਾ ਰਾਜ ਭਾਗ ਤੁਹਾਡਾ, ਤੁਸੀਂ ਗੱਦੀ ਤੇ ਬੈਠੋ, ਅਸੀਂ ਤੁਹਾਡੀ ਸੇਵਾ ਕਰਿਆ ਕਰਾਂਗੇ ਸੇਵਕ ਬਣ ਕੇ। ਤੇ ਸੱਚੇ ਪਾਤਸ਼ਾਹ ਨੇ ਆਖਿਆ ਸੀ, ਰਾਏ ਜੋਧ ਇਹ ਰਾਜ ਭਾਗ ਤੁਹਾਨੂੰ ਪਰਮੇਸ਼ਰ ਨੇ ਦਿੱਤਾ, ਰਾਜ ਭਾਗ ਕਰੋ, ਸਮਾਂ ਆਏਗਾ ਅਸੀਂ ਤੁਹਾਡੀ ਇਸ ਪੁਰੀ ਵਿੱਚ ਆਵਾਂਗੇ। ਮਹਾਰਾਜ ਕਿਸ ਰੂਪ ਵਿੱਚ? ਸਤਿਗੁਰੂ ਕਹਿਣ ਲੱਗੇ, ਅਸੀਂ 10ਵੇਂ ਰੂਪ ਵਿੱਚ ਆਵਾਂਗੇ ਜੀ। ਹਾਂਜੀ, ਸਰੀਰ ਤਿਆਗਣ ਲੱਗਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਾਏ ਜੋਧ ਨੂੰ ਆਖਿਆ ਸੀ, ਰਾਏ ਜੋਧ ਸਾਡੇ ਸਰੀਰ ਤਿਆਗਣ ਮਗਰੋਂ ਕਾਂਗੜਪੁਰ ਵਾਪਸ ਚਲ ਜਾਣਾ ਜੀ। ਰਾਏ ਜੋਧ ਕਾਂਗੜਪੁਰ ਨੂੰ ਤੇ ਜਾਵੇ ਤੇ ਮਨ ਵਿੱਚ ਬੜਾ ਬੈਰਾਗ ਸੀਗਾ ਜੀ ਰਾਏ ਜੋਧ ਦੇ ਜੀ। ਉਹਦਾ ਕਾਰਨ ਇਹ ਹੈ, ਜਦੋਂ ਪਹਿਲੀ ਵਾਰੀ ਰਾਏ ਜੋਧ ਮਹਾਰਾਜ ਜੀ ਦੇ ਕੋਲ ਆਇਆ, ਪਤਨੀ ਕੋਲੋਂ ਸਿਫਤ ਵੀ ਸੁਣੀ, ਦਰਸ਼ਨ ਕਰਨ ਦੀ ਭਾਵਨਾ ਵੀ ਬਣੀ, ਪਰ ਮਨ ਵਿੱਚ ਤਰਕ ਵੀ ਸੀਗਾ ਜੀ। ਦਰਸ਼ਨ ਜਦੋਂ ਕੀਤੇ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਰਾਏ ਜੋਧ ਨੂੰ ਬਚਨ ਕੀਤੇ ਸਨ, ਰਾਏ ਜੋਧ ਤੈਨੂੰ ਗੁਰੂ ਚੇਤਾਵੇ ਜੀ। ਇੰਨੀ ਗੱਲ ਕਰਕੇ ਰਾਏ ਜੋਧ ਦੀ ਜ਼ਿੰਦਗੀ ਗੁਰੂ ਜੀ ਨੇ ਬਦਲ ਦਿੱਤੀ ਜੀ। ਵੇਖ ਲਓ, ਲੰਮੀ ਕਥਾ ਕਹਾਣੀ ਨਹੀਂ ਗੁਰੂ ਜੀ ਨੇ ਕੀਤੀ ਜੀ। ਬਸ ਇੰਨੀ ਗੱਲ ਆਖੀ ਸੀ, ਰਾਏ ਜੋਧ ਤੈਨੂੰ ਗੁਰੂ ਚਿੱਤ ਆਵੇ। ਉਸ ਦਿਨ ਤੋਂ ਰਾਏ ਜੋਧ ਨੇ ਮੁੜ ਘਰ ਨਹੀਂ ਸੀ ਗਿਆ ਜੀ, ਛੇਤੀ ਕਿਤੇ ਜੀ। ਕਹਿੰਦਾ ਸੀ ਘਰ ਜਾਣਾ ਹੀ ਨਹੀਂ। ਉਹ ਤੇ ਮਹਾਰਾਜ ਨੇ ਆਖਿਆ ਸੀਗਾ ਵੀ ਨਹੀਂ ਰਾਏ ਜੋਧ, ਰਾਜ ਭਾਗ ਪਰਮੇਸ਼ਰ ਨੇ ਦਿੱਤਾ, ਜਾ ਕੇ ਕਰੋ ਜੀ। ਹੁਣ ਗੁਰੂ ਜੀ ਦੇ ਸਰੀਰ ਤਿਆਗਣ ਤੋਂ ਬਾਅਦ ਰਾਏ ਜੋਧ ਆਪਣੇ ਘਰ ਵਾਪਸ ਚੱਲਾ ਜੀ ਕਾਂਗੜਪੁਰ। ਤੇ ਘਰ ਜਾਣ ਨੂੰ ਜੀ ਨਾ ਕਰੇ ਜੀ, ਪਰ ਗੁਰੂ ਜੀ ਦਾ ਹੁਕਮ ਮੰਨ ਕੇ, ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਜਾਣ ਕੇ ਰਾਏ ਜੋਧ ਫਿਰ ਕਾਂਗੜਪੁਰ ਆਉਣ ਨੂੰ ਤਿਆਰ ਹੋਇਆ ਜੀ। ਹਾਂਜੀ, ਸੰਗ ਆਪਣੇ ਰੂਪਾ ਲਿਓ। ਤੇ ਰਾਏ ਜੋਧ ਨੇ ਆਪਣੇ ਨਾਲ ਬੜਾ ਹੀ ਪਿਆਰ ਸੀ, ਜਿਨ੍ਹਾਂ ਦੇ ਹਿਰਦੇ ਵਿੱਚ ਭਾਈ ਰੂਪਾ ਜੀ ਨੂੰ ਨਾਲ ਲਿਆ ਜੀ। ਕਿਉਂ? ਲਾਗੇ ਲਾਗੇ ਪੁਰੀ ਸੀ ਭਾਈ ਰੂਪਾ ਨਗਰ ਤੇ ਰਾਏ ਜੋਧ ਦਾ ਕਾਂਗੜਪੁਰ ਹੈ। ਹਾਂਜੀ, ਰਾਏ ਜੋਧ ਭਾਈ ਰੂਪਾ ਜੀ ਨੂੰ ਵੀ ਆਪਣੇ ਨਾਲ ਲੈ ਗਿਆ ਜੀ। ਹਾਂਜੀ, ਚਿਰੰਕਾਰ ਕੇ ਇਕੱਠੇ ਹੁਤੇ। ਬੜੇ ਚਿਰ ਦੇ ਇਕੱਠੇ ਸਨ ਮਹਾਰਾਜ ਜੀ ਦੀ ਹਜ਼ੂਰੀ ਵਿੱਚ। ਬੜਾ ਸੁੱਖ ਮਾਣਿਆ ਗੁਰੂ ਛੇਵੇਂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ। ਹਾਂਜੀ, ਗਮਨੇ ਸਿੱਖ ਸੇਵਕ ਜਿਤ ਕਿਤੇ। ਬਸ ਜਿੱਧਰ ਕਿੱਧਰ ਗੁਰੂ ਕੇ ਸਿੱਖਾਂ ਨੂੰ ਮਹਾਰਾਜ ਨੇ ਹੁਕਮ ਕੀਤਾ ਸੀ, ਉਹ ਉਧਰ ਉਧਰ ਚਲੇ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ, ਕੇਵਲ ਇਹ ਨਹੀਂ ਵੀ ਗੁਰੂ ਸਾਹਿਬ ਦਾ ਸਰੀਰ ਹੈਗਾ ਤੇ ਗੁਰੂ ਜੀ ਦਾ ਹੁਕਮ ਮੰਨਣਾ, ਗੁਰੂ ਜੀ ਦਾ ਹੁਕਮ ਸਦੀਵੀ ਹੈਗਾ ਜੀ। ਸਿੱਖਾਂ ਮਹਾਰਾਜ ਜੀ ਦਾ ਹੁਕਮ ਮੰਨਿਆ। ਭਾਈ ਰੂਪਾ ਜੀ ਜਦੋਂ ਆਪਣੀ ਪੁਰੀ ਵਿੱਚ ਪਹੁੰਚੇ, ਪੁਰੀ ਵਿੱਚ ਜਾ ਕੇ ਬੜਾ ਹੀ ਬੈਰਾਗ ਕੀਤਾ ਜੀ ਭਾਈ ਰੂਪੇ ਨਗਰ ਵਿੱਚ। ਕਿਉਂ?
ਭਾਈ ਰੂਪਾ ਜੀ ਹੋਣਾ ਨਾਲ ਤੇ ਲੋਕ ਈਰਖਾ ਬੜੀ ਕਰਦੇ ਹੁੰਦੇ ਸੀਗੇ, ਲੋਕਾਂ ਬੁਰਾ ਭਲਾ ਆਖਣਾ, ਤੇ ਗੁਰੂ ਜੀ ਨੇ ਭਾਈ ਰੂਪੇ ਦੇ ਨਾਮ ਦਾ ਸ਼ਹਿਰ ਹੀ ਵਸਾ ਦਿੱਤਾ ਜੀ, ਨਗਰ ਵਸਾ ਦਿੱਤਾ ਸੀਗਾ ਜੀ। ਵਾਹਿਗੁਰੂ ਨਗਰ ਵਸਾਇਆ ਜੀ। ਜਦੋਂ ਭਾਈ ਰੂਪਾ ਜੀ ਆਪਣੇ ਨਗਰ ਵਿੱਚ ਪਹੁੰਚੇ, ਬਹੁਤਾ ਬੈਰਾਗ ਗੁਰੂ ਜੀ ਨੂੰ ਚੇਤੇ ਕਰਕੇ ਆਇਆ, ਇਹ ਨਗਰ ਮੈਨੂੰ ਮੇਰੇ ਸਤਿਗੁਰੂ ਜੀ ਨੇ ਵਸਾ ਕੇ ਦਿੱਤਾ ਜੀ। ਹਾਂਜੀ, ਸ਼੍ਰੀ ਹਰਿ ਰਾਏ ਅਗਰ ਕਰ ਨਮੋ। ਸਾਰਿਆਂ ਨੇ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਨਮਸਕਾਰ ਕੀਤੀ, ਆਪੋ ਆਪਣੀਆਂ ਪੁਰੀਆਂ ਵਿੱਚ ਚੱਲਣ ਦੀ ਤਿਆਰੀ ਕਰ ਲਈ। ਗੁਰੂ ਸੁਤਨ ਸੋ ਮਿਲਤ ਹੈ ਸਮੋ। ਨਾਲੇ ਰਾਏ ਜੋਧ ਤੇ ਭਾਈ ਰੂਪਾ ਜੀ ਗੁਰੂ ਜੀ ਦੇ ਪੁੱਤਰਾਂ ਨੂੰ ਮਿਲੇ ਜੀ, ਬਾਬਾ ਅਣੀ ਰਾਏ ਜੀ ਨੂੰ, ਬਾਬਾ ਸੂਰਜਮਲ ਜੀ ਨੂੰ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ। ਹਾਂਜੀ, ਜਹ ਕਹਿ ਗਏ ਸਰਬ ਜੇ ਆਏ। ਹਾਂਜੀ, ਗੁਰ ਕੀਰਤ ਬਸਤੀ ਰਤ ਜਾਏ। ਬਸ ਜਿਹੜਾ ਜਿਹੜਾ ਜਿੱਥੋਂ ਜਿੱਥੋਂ ਦਾ ਰਹਿਣ ਵਾਲਾ ਸੀ, ਉਹ ਆਪੋ ਆਪਣੀਆਂ ਪੁਰੀਆਂ ਨੂੰ ਜਾਣ ਦੀ ਤਿਆਰੀ ਕਰਨ ਲੱਗ ਪਿਆ। ਤੇ ਮਨ ਵਿੱਚ ਇੱਕ ਗੁਰੂ ਹਰਿ ਰਾਏ ਸਾਹਿਬ ਦੇ ਦਰਸ਼ਨ ਕਰਕੇ ਤੇ ਖੁਸ਼ੀ ਹੈ, ਪਰ ਇੰਨੇ ਮਹਾਨ ਧੀਰਜ ਧਾਰੀ ਸਤਿਗੁਰੂ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੀਰਕ ਵਿਛੋੜੇ ਦਾ ਵੀ ਬੜਾ ਦੁੱਖ ਹੈ ਜੀ। ਹਾਂਜੀ, ਧੀਰ ਮਲ ਸੁਨ ਨਾਹੇ ਨਾ ਆਇਓ। ਗੱਜ ਕੇ ਆਖੋ ਵਾਹਿਗੁਰੂ। ਪਰ ਕਠੋਰ ਹਿਰਦੇ ਦਾ ਮਾਲਕ ਗੁਰਮੁਖੋ ਧੀਰ ਮਲ, ਉਹ ਗੁਰੂ ਜੀ ਦਾ ਸਰੀਰ ਤਿਆਗਣ ਤੇ ਵੀ ਆਇਆ ਨਹੀਂ ਜੀ। ਹਾਂਜੀ, ਆਪਣੇ ਉੱਥੇ ਹੀ ਕਰਤਾਰਪੁਰਿਆ ਹੱਦ ਹੋ ਗਈ, ਉਸ ਸਮੇਂ ਹੀ ਆ ਜਾਂਦਾ ਜੀ। ਹਾਂਜੀ, ਪਰ ਨਹੀਂ ਆਇਆ ਜੀ ਉਹ ਜੀ। ਬਸ ਉਦੋਂ ਇੱਕ ਵਾਰੀ ਚਲੇ ਗਿਆ ਸੀਗਾ, ਜਦੋਂ ਬਾਬਾ ਗੁਰਦਿੱਤਾ ਜੀ ਦਾ ਕਾਰਜ ਕਰਾਇਆ, ਉਦੋਂ ਧੀਰ ਮੱਲ ਬਾਅਦ ਚੋਂ ਨਾਰਾਜ਼ ਹੋ ਕੇ ਗਿਆ ਸੀਗਾ ਜੀ। ਹਾਂਜੀ, ਨਹੀਂ ਆਇਆ ਜੀ। ਵੇਖ ਲਓ ਕੈਸਾ ਬੰਦਾ ਹੋਏਗਾ ਜੀ, ਨਾ ਆਪਣੇ ਪਿਤਾ ਵਰੀ ਹਾਜ਼ਰ ਹੋਇਆ ਤੇ ਨਾ ਦਾਦਾ ਸਤਿਗੁਰੂ ਜੀ ਵਰੀ ਹਾਜ਼ਰ ਹੋਇਆ ਜੀ। ਮਤਲਬ ਸ਼ੁਰੂ ਤੋਂ ਧੀਰ ਮੱਲ ਵੱਖਰਾ ਹੀ ਰਿਹਾ ਤੇ ਹੁਣ ਵੀ ਧੀਰ ਮੱਲੀਏ ਵੱਖਰਾ ਹੀ ਨਹੀਂ ਜੀ। ਹਾਂਜੀ, ਉਹ ਕਿਉਂ? ਉਤੋਂ ਉਹਨਾਂ ਦੀ ਦਾੜੀ ਖਰਾਬ ਹੋ ਗਈ ਨਾ ਜੀ। ਧੀਰ ਮੱਲ ਗੁਰੂ ਜੀ ਦੇ ਉਸ ਸਮੇਂ ਵੀ ਨਹੀਂ ਆਇਆ ਜੀ, ਜਦੋਂ ਮਹਾਰਾਜ ਜੀ ਦੀ ਯਾਦ ਵਿੱਚ ਗੁਰੂ ਕੇ ਸਿੱਖਾਂ ਕੀਰਤਨ ਕੀਤਾ। ਇੱਥੋਂ ਤੱਕ ਆਪਣੇ ਛੋਟੇ ਭਰਾ ਜੀ ਨੂੰ ਵੇਖਣ ਤੱਕ ਨਹੀਂ ਆਇਆ ਜੀ। ਕਿਉਂ? ਤੁਸੀਂ ਸੁਣਿਆ ਨਾ, ਜਦੋਂ ਗੱਦੀ ਲਾ ਕੇ ਵੱਖਰਾ ਬਹਿ ਗਿਆ ਤੇ ਕੁੱਟ ਕੇ ਕੱਢਿਆ ਸੀਗਾ ਜੀ ਗੁਰੂ ਕੇ ਸਿੱਖਾਂ ਨੇ ਜੀ। ਹੈ ਤੇ ਉਸ ਤੋਂ ਬਾਅਦ ਨਹੀਂ ਆਇਆ ਜੀ। ਚਲੋ ਹੋਰ ਗੱਲਾਂ ਤੇ ਸਹੀ, ਇਹੋ ਜਿਹੇ ਸਮੇਂ ਵਿੱਚ ਵੀ ਜਿਹੜਾ ਨਾ ਪਹੁੰਚੇ ਫਿਰ ਲੋਕ ਉਹਨੂੰ ਬੜਾ ਹੀ ਬੁਰਾ ਕਹਿੰਦੇ ਜੀ। ਹਾਂਜੀ, ਤੇ ਧੀਰ ਮੱਲ ਉਹੀ ਹੀ ਪਾਲਟੀ ਹੈ ਜੀ, ਧੀਰ ਮੱਲ ਨਹੀਂ ਆਇਆ ਜੀ। ਹਾਂਜੀ, ਗੁਰੂ ਅਨੁਜ ਭਾ ਕੁਸ਼ ਹਰ ਖਾਇਓ। ਪਰ ਕੁਛ ਖੁਸ਼ ਸੀਗਾ ਅੰਦਰੋਂ ਜੀ ਵੀ ਮੇਰਾ ਛੋਟਾ ਭਰਾ ਗੁਰੂ ਬਣ ਗਿਆ ਜੀ। ਹਾਂਜੀ, ਉਹ ਇਹੋ ਹੀ ਸਮਝਦਾ ਵੀ ਗੁਰੂ ਬਣ ਗਿਆ ਜੀ। ਉਹਨੂੰ ਇਹ ਨਹੀਂ ਸੀ ਪਤਾ ਵੀ ਮੇਰਾ ਛੋਟਾ ਭਰਾ ਤੁਹਾਨੂੰ ਗੁਰੂ ਹਰਿ ਰਾਏ ਸਾਹਿਬ ਧੁਰੋਂ ਹੀ ਗੁਰੂ ਸੀ ਜੀ। ਇਸ ਗੱਲ ਦਾ ਥੋੜ੍ਹੀ ਪਤਾ ਜੀ, ਕਿਉਂ? ਉਹ ਤੇ ਬਣਨਾ ਤੇ ਬਣਾਉਣਾ ਜਾਣਦਾ ਜੀ ਗੁਰੂ ਬਾਰੇ ਜੀ। ਹਾਂਜੀ, ਉਹ ਇਹ ਗੱਲ ਤੋਂ ਖੁਸ਼ ਸੀ ਵੀ ਮੇਰਾ ਛੋਟਾ ਭਰਾ ਗੁਰੂ ਬਣ ਗਿਆ, ਪਰ ਇਹ ਇਸ ਗੱਲ ਦਾ ਬੈਰਾਗ ਨਹੀਂ ਸੀ ਵੀ ਮੇਰੇ ਦਾਦਾ ਜੀ ਸਰੀਰ ਤਿਆਗ ਗਏ ਨੇ। ਹਾਂਜੀ, ਹਿਰਦੈ ਨਾਨਕੀ ਕੀਨ ਵਿਚਾਰਾ। ਉਧਰੋਂ ਧੰਨ ਮਾਤਾ ਨਾਨਕੀ ਜੀ, ਉਹਨਾਂ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ। ਸਿਮਰਿਓ ਬਾਕ ਜੋ ਕੰਤ ਉਚਾਰਾ। ਸਤਿਗੁਰਾਂ ਦਾ ਬਚਨ ਚੇਤਾ ਕੀਤਾ ਜੀ ਮਾਤਾ ਨਾਨਕੀ ਜੀ ਨੇ ਜੀ। ਕੀ ਬਚਨ ਚੇਤਾ ਕੀਤਾ? ਹਾਂਜੀ, ਮਮ ਸੁਤ ਭੀ ਪੈ ਹੈ ਵਡਿਆਈ। ਮਾਤਾ ਜੀ ਘਰ ਵਿੱਚ ਬੈਠੇ ਬੜੇ ਬੈਰਾਗੀ ਸਨ। ਫਿਰ ਵਿਚਾਰ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ, ਨਾਨਕੀ ਜੀ ਤੁਹਾਡਾ ਪੁੱਤਰ ਵੀ ਬੜੀ ਵੱਡੀ ਵਡਿਆਈ ਪ੍ਰਾਪਤ ਕਰੇਗਾ ਤੇ ਤੁਹਾਡਾ ਪੋਤਰਾ ਵੀ ਬੜੀ ਵੱਡੀ ਵਡਿਆਈ ਪ੍ਰਾਪਤ ਕਰੇਗਾ ਜੀ। ਮਾਤਾ ਜੀ ਨੂੰ ਬਚਨ ਚੇਤਾ ਆਇਆ। ਸਮਾਂ ਪ੍ਰਤੀਖਤ ਰਹੋ ਕਿਸ ਥਾਈ। ਤੇ ਮਾਤਾ ਜੀ ਨੇ ਪੁੱਛਿਆ ਸੀਗਾ ਵੀ ਮੈਂ ਮਹਾਰਾਜ ਫਿਰ ਕਿੱਥੇ ਬਹਿ ਕੇ ਸਮਾਂ ਉਡੀਕਾਂਗੀ, ਤੇ ਸੱਚੇ ਪਾਤਸ਼ਾਹ ਨੇ ਬਾਬਾ ਬਕਾਲਾ ਸਾਹਿਬ ਦਾ ਇਸ਼ਾਰਾ ਕੀਤਾ ਸੀਗਾ ਜੀ। ਮਾਤਾ ਜੀ ਹੁਣ ਕੀਰਤਪੁਰ ਸਾਹਿਬ ਤੋਂ ਬਾਬਾ ਬਕਾਲਾ ਸਾਹਿਬ ਜੀ ਦੇ ਅਸਥਾਨ ਤੇ ਜਾਣ ਦੀਆਂ ਤਿਆਰੀਆਂ ਕਰਨ ਲੱਗ ਪਏ। ਗੁਰ ਕੀ ਭੀ ਆਇਸ ਤਬ ਹੋਈ। ਹਾਂਜੀ, ਕਰਿਓ ਚਹਿਤ ਆਪਣੇ ਚਿਤ ਸੋਈ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ ਸਾਡੇ ਹੁੰਦਿਆਂ ਨਹੀਂ ਜਾਣਾ, ਸਾਡੇ ਸਰੀਰ ਛੱਡਣ ਤੋਂ ਬਾਅਦ ਜਾਣਾ ਜੀ। ਸੋ ਮਾਤਾ ਜੀ, ਮਾਤਾ ਨਾਨਕੀ ਜੀ ਹੁਣ ਚਾਹੁੰਦੇ ਨੇ ਵੀ ਅਸੀਂ ਚਲੇ ਜਾਈਏ ਜੀ। ਤੇ ਮਾਤਾ ਜੀ ਵੀ ਗੁਰੂ ਘਰ ਦੀ ਮਰਜ਼ਾਦਾ ਨੂੰ ਜਾਣਦੇ ਨੇ। ਪਤਾ ਹੈ ਸਮੇਂ ਦੇ ਮਾਲਕ ਨੇ ਗੁਰੂ ਹਰਿ ਰਾਏ ਸਾਹਿਬ ਜੀ। ਆ ਕੇ ਆਖਿਆ ਜੀ, ਪੋਤਰੇ ਨੇ ਜੀ ਮਾਤਾ ਜੀ ਦੇ ਜੀ, ਗੁਰੂ ਹਰਿ ਰਾਏ ਸਾਹਿਬ ਨਾ ਜੀ ਪੋਤਰੇ ਨੇ ਮਾਤਾ ਜੀ ਦੇ।
ਆ ਕੇ ਬੇਨਤੀ ਕੀਤੀ। ਇਹ ਨਹੀਂ ਆਖਿਆ ਵੀ ਤੁਸੀਂ ਸਾਡੇ ਪੁੱਤਰੇ ਹੋ ਤੇ ਸਾਨੂੰ ਛੁੱਟੀ ਦਿਓ ਜੀ। ਹੱਥ ਜੋੜ ਕੇ ਆਖਿਆ, ਸਤਿਗੁਰੂ ਜੀ ਮੈਨੂੰ ਸਤਿਗੁਰਾਂ ਦਾ ਹੁਕਮ ਹੋਇਆ ਸੀ ਬਕਾਲੇ ਜਾਣ ਦਾ ਜੀ, ਤੇ ਤੁਸੀਂ ਮੈਨੂੰ ਆਗਿਆ ਦੇ ਦਿਓ। ਮੈਂ ਤੁਹਾਡੇ ਚਾਚਾ ਜੀ ਦੇ ਨਾਲ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਉਸ ਥਾਂ ਤੇ ਜਾਣਾ ਹੈ। ਹਾਂਜੀ, ਸਕਲ ਸਮਾਜ ਸੰਭਾਰਨ ਕਰਿਓ। ਗੁਰੂ ਹਰਿਰਾਏ ਸਾਹਿਬ ਜੀ ਨੇ ਮਹਾਰਾਜ ਅੰਤਰਜਾਮੀ ਉਹ ਜੋਤ ਉਹਨਾਂ ਚ ਆ ਗਈ ਸੀ। ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਿਰਾਏ ਸਾਹਿਬ ਦੇ ਅੰਦਰ ਪ੍ਰਵੇਸ਼ ਕਰ ਗਏ ਜੀ। ਜੋਤ ਉਹ ਆ ਗਈ ਜੀ। ਉਹਨਾਂ ਆਗਿਆ ਦੇ ਦਿੱਤੀ, ਹਾਂ ਸਤਿਗੁਰਾਂ ਦਾ ਬਚਨ ਸੀ ਤੁਸੀਂ ਜਾਓ। ਹਾਂਜੀ, ਮਾਤਾ ਜੀ ਨੇ ਸਾਰਾ ਸਮਾਨ ਇਕੱਠਾ ਕੀਤਾ ਜੀ। ਹਾਂਜੀ, ਸਦਨ ਬਿਖੈ ਜੇਤਿਕ ਥੋਂ ਧਰਿਓ। ਜਿੰਨਾ ਕੁ ਘਰ ਵਿੱਚ ਸਮਾਨ ਸੀ, ਬਹੁਤ ਸਾਰਾ ਸਮਾਨ ਤੇ ਕਰਤਾਰਪੁਰ ਸਾਹਿਬ ਛੱਡ ਆਏ ਹੈਗੇ ਜੀ। ਹਾਂਜੀ, ਜਿੰਨਾ ਕੁ ਵਸਤੂਆਂ ਸਨ, ਲੋੜ ਦੀਆਂ ਵਸਤੂਆਂ, ਉਹ ਮਾਤਾ ਜੀ ਨੇ ਨਾਲ ਲਈਆਂ ਜੀ। ਹਾਂਜੀ, ਮਿਲ ਸਭ ਸੋਂ ਬਹੁ ਹੋਏ ਦੁਖਾਰੀ। ਮਾਤਾ ਜੀ ਸਾਰਿਆਂ ਨਾਲ ਮਿਲਾਪ ਕਰਕੇ ਹੁਣ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਆਉਣ ਲੱਗੇ ਨੇ। ਸਾਰਿਆਂ ਨਾਲ ਮਾਤਾ ਜੀ ਨੇ ਮਿਲਾਪ ਕੀਤਾ ਜੀ। ਮਾਤਾ ਨਾਨਕੀ ਜੀ ਮਾਤਾ ਮਰਵਾਹੀ ਜੀ ਨੂੰ ਮਿਲੇ। ਗੱਜ ਕੇ ਆਖੋ ਵਾਹਿਗੁਰੂ। ਇਹ ਦੋਵਾਂ ਇਸਤਰੀਆਂ, ਭਾਵੇਂ ਬੰਦਾ ਜੋ ਮਰਜ਼ੀ ਆਖੇ ਜੀ, ਬੜੀ ਵੱਡੀ ਪੂਰਬਲੀ ਕਮਾਈ ਸੀਗੀ ਜੀ। ਹਾਂਜੀ, ਬਹੁਤ ਵੱਡੀ ਪੂਰਬਲੀ ਕਮਾਈ ਸੀ। ਇੱਕ ਦੂਜੇ ਨੂੰ ਮਿਲੇ, ਨਮਸਕਾਰ ਕੀਤੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਚੇਤੇ ਕੀਤੇ, ਤੇ ਮਾਤਾ ਜੀ ਨੇ ਬਾਬਾ ਬਕਾਲਾ ਸਾਹਿਬ ਵੱਲ ਆਉਣ ਦੀ ਤਿਆਰੀ ਕਰ ਲਈ ਜੀ। ਹੋਨ ਇਕਾਕੀ ਹਿਰਦੈ ਵਿਚਾਰੀ। ਮਾਤਾ ਜੀ ਨੇ ਵਿਚਾਰ ਕੀਤੀ ਵੀ ਸਤਿਗੁਰਾਂ ਦਾ ਬਚਨ ਤੇ ਸਾਨੂੰ ਹੋ ਗਿਆ, ਤੇ ਬਾਬਾ ਬਕਾਲਾ ਸਾਹਿਬ ਅਸੀਂ ਇਕੱਲੇ ਹੀ ਰਹਿ ਜਾਣਾ ਜੀ। ਹਾਂਜੀ, ਇੱਕ ਪਾਸੇ ਬੈਠੇ ਰਹਿਣਾ। ਮਾਤਾ ਜੀ ਨੇ ਮਨ ਵਿੱਚ ਵਿਚਾਰ ਕੀਤੀ, ਪਰ ਹੁਣ ਬਚਨ ਹੋ ਗਿਆ ਸੀਗਾ ਜੀ। ਨਾਲੇ ਉੱਥੇ ਬਹਿ ਕੇ ਬੰਦਗੀ ਕਰਨੀ ਸੀ ਜੀ, ਉੱਥੇ ਤੇ ਹੁਣ ਰੌਣਕਾਂ ਲੱਗੀਆਂ ਜੀ। ਹਾਂਜੀ, ਸੁਤ ਕੋ ਲਿਓ ਆਪਣੇ ਸਾਥ। ਮਾਤਾ ਜੀ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਨਾਲ ਲਿਆ। ਉਸ ਸਮੇਂ ਸਤਿਗੁਰੂ ਬਹੁਤ ਗੈਰ ਗੰਭੀਰ ਸਨ ਜੀ। ਹਾਂਜੀ, ਕਿਸੇ ਨਾਲ ਕੋਈ ਬਚਨ ਨਹੀਂ ਸੀ ਕਰਦੇ ਹੁੰਦੇ। ਨਾਲ ਆਪਣੀ ਨਹੁੰ ਮਾਤਾ ਗੁਜਰੀ ਜੀ, ਸਤਿਕਾਰਯੋਗ ਸਾਡੇ ਪੰਥ ਦੇ ਮਾਤਾ ਜੀ, ਉਹਨਾਂ ਨੂੰ ਨਾਲ ਲਿਆ ਜੀ। ਹਾਂਜੀ, ਸਿਮਰਨ ਕਰਕੇ ਜਗ ਗੁਰਨਾਥ। ਜਗਤ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਚੇਤਾ ਕੀਤਾ, ਤੇ ਮਾਤਾ ਜੀ ਨੇ ਖਾਸ ਤੌਰ ਤੇ ਘਰ ਵਿੱਚੋਂ ਉਹ ਰੁਮਾਲ ਲੈ ਲਿਆ ਜੀ, ਜਿਹੜਾ ਸਤਿਗੁਰਾਂ ਨੇ ਦਿੱਤਾ ਸੀ ਨਾ ਜੀ ਮਾਤਾ ਜੀ ਨੂੰ, ਵੀ ਲੈ ਚੱਲੋ ਤੇ ਗੁਰਿਆਈ ਕੋਲ ਆਏਗੀ ਜੀ ਤੁਹਾਡੇ ਪੁੱਤਰ ਦੇ ਜੀ। ਰੁਮਾਲ ਦੇ ਕੇ ਆਖਿਆ ਸੀ। ਨਾਲੇ ਰੁਮਾਲ ਲੈ ਲਿਆ, ਗੁਰਬਾਣੀ ਦੀ ਪੋਥੀ ਲੈ ਲਈ ਤੇ ਕਟਾਰ ਲੈ ਲਈ, ਤੇ ਮਾਤਾ ਜੀ ਨੇ ਗੁਰੂ ਜੀ ਦਾ ਬਚਨ ਚੇਤਾ ਕੀਤਾ ਤੇ ਚੱਲਣ ਦੀ ਤਿਆਰੀ ਕੀਤੀ। ਇਹ ਉਹ ਮਾਂ ਹੈ ਜਿਸ ਦਿਨ ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਵਤਾਰ ਧਾਰਨਾ, ਤੇ ਸਭ ਤੋਂ ਜ਼ਿਆਦਾ ਖੁਸ਼ੀਆਂ ਮਾਤਾ ਨਾਨਕੀ ਜੀ ਨੇ ਮਨਾਉਣੀਆਂ ਜੀ। ਹਾਂਜੀ, ਇਹ ਉਹ ਉੱਥੇ ਜਾਣਾ ਜੀ। ਇਹ ਇਤਿਹਾਸ ਜੀ ਬੜਾ ਵੱਡਾ ਇਤਿਹਾਸ ਹੈ ਇਹ। ਮਾਤਾ ਨਾਨਕੀ ਜੀ ਸਾਰੇ ਬਚਨ ਮਨ ਵਿੱਚ ਰੱਖ ਕੇ, ਹਿਰਦੇ ਵਿੱਚ ਰੱਖ ਕੇ, ਤੇ ਹੁਣ ਤੁਰਨ ਦੀਆਂ ਤਿਆਰੀਆਂ ਕਰ ਰਹੇ ਨੇ। ਹਾਂਜੀ, ਰਹੇ ਹਟਾਏ ਨਾ ਮਾਨੀ ਕੋਏ। ਬਾਬਾ ਭਾਨਾ ਜੀ ਹੋਰ ਗੁਰਸਿੱਖ ਆਖਣ, ਮਾਤਾ ਜੀ ਕੁਝ ਦਿਨ ਹੋਰ ਰਹੋ ਇਸ ਅਸਥਾਨ ਤੇ ਕੀਰਤਪੁਰ ਸਾਹਿਬ ਵਿੱਚ, ਹੋਰ ਕੁਝ ਸਮਾਂ ਰਹੋ। ਪਰ ਮਾਤਾ ਜੀ ਨੇ ਆਖਿਆ, ਨਹੀਂ ਸਿੱਖੋ, ਸਾਨੂੰ ਸਤਿਗੁਰਾਂ ਦਾ ਬਚਨ ਸੀ, ਸਾਨੂੰ ਜਾਣਾ ਹੀ ਪੈਣਾ ਹੁਣ ਭਾਈ। ਹਾਂਜੀ, ਬਾਰ-ਬਾਰ ਹਟਾਉਣ ਤੇ ਵੀ ਸਤਿਗੁਰਾਂ ਦਾ ਬਚਨ ਚੇਤਾ ਕਰਕੇ, ਤੇ ਮਾਤਾ ਜੀ ਫਿਰ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਗਏ। ਤਿਆਰ ਕਰਾਈ ਸਯੰਦਨ ਜੋਏ। ਤੇ ਗੱਡੇ ਤਿਆਰ ਕਰਦੇ ਜੀ, ਜਿਹੜੀਆਂ ਵਸਤੂਆਂ ਸਨ ਘਰੇਲੂ, ਉਹਨਾਂ ਗੱਡਿਆਂ ਤੇ ਰੱਖੀਆਂ ਜੀ। ਹਾਂਜੀ, ਸਕਟਨ ਪਰ ਸਮਗਰੀ ਧਰ ਕੇ। ਹਾਂਜੀ, ਨਿਕਸੀ ਘਰ ਤੇ ਦ੍ਰਿਗ ਜਲ ਭਰ ਕੇ। ਤੇ ਮਾਤਾ ਜੀ ਨੇ ਜਦੋਂ ਕੀਰਤਪੁਰ ਸਾਹਿਬ ਤੋਂ ਬਾਹਰ ਆਏ, ਵਾਹਿਗੁਰੂ ਬਾਹਰ ਚੱਲਣ ਦੀ ਤਿਆਰੀ ਕੀਤੀ, ਮਾਤਾ ਜੀ ਦੇ ਨੇਤਰਾਂ ਵਿੱਚ ਹੰਝੂ ਸੀ। ਕੋਈ ਸਮਾਂ ਸੀ ਇਸ ਨਗਰੀ ਦੇ ਵਿੱਚ ਮੈਂ ਆਪਣੇ ਨਾਥ, ਆਪਣੇ ਮਾਲਕਾਂ ਦੇ ਨਾਲ ਆਈ ਸਾਂ ਜੀ। ਹਾਂਜੀ, ਤੇ ਹੁਣ ਅੱਜ ਉਹ ਮਾਲਕ ਨਾਥ ਸਰੀਰ ਕਰਕੇ ਨਾਲ ਨਹੀਂ ਜੀ ਹੈਗੇ ਜੀ। ਦੁੱਖ ਤੇ ਹੁੰਦਾ ਹੀ ਹੈ ਜੀ, ਐਸੀ ਗੱਲ ਨਹੀਂ ਹੈਗੀ ਜੀ। ਮਾਤਾ ਜੀ ਜਦੋਂ ਕੀਰਤਪੁਰ ਸਾਹਿਬ ਤੋਂ ਚੱਲੇ, ਤੇ ਮਾਤਾ ਜੀ ਦੇ ਨੇਤਰਾਂ 'ਚ ਬੜੇ ਹੰਝੂ, ਬੜਾ ਵੈਰਾਗ ਸੀਗਾ ਵੀ ਹੁਣ ਅੱਜ ਆਪਾਂ ਇਕੱਲੇ ਹੀ ਇਸ ਤਰੀਕੇ ਦੇ ਨਾਲ ਜਾ ਰਹੇ ਹਾਂ ਜੀ।
ਮਾਤਾ ਜੀ ਜਾਂਦਿਆਂ ਜਾਂਦਿਆਂ ਕੀਰਤਪੁਰ ਸਾਹਿਬ ਦੀ ਧਰਤੀ ਨੂੰ ਮੱਥਾ ਟੇਕਿਆ। ਤੁਸੀਂ ਇੱਥੋਂ ਹੀ ਕੀਰਤਪੁਰ ਸਾਹਿਬ ਦੀ ਧਰਤੀ ਨੂੰ ਨਮਸਕਾਰ ਕਰੋ ਤੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਜਾਂਦਿਆਂ ਜਾਂਦਿਆਂ ਮਾਤਾ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਨੂੰ ਨਮਸਕਾਰ ਕੀਤੀ। ਉਸ ਅੰਗੀਠਾ ਸਾਹਿਬ ਨੂੰ ਨਮਸਕਾਰ ਕੀਤੀ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ ਸੀਗਾ ਜੀ। ਮਾਤਾ ਜੀ ਉਸ ਸਥਾਨ ਨੂੰ ਮੱਥਾ ਟੇਕ ਕੇ ਆਏ। ਆਪਣੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਆਪਣੀ ਨੂੰਹ ਨੂੰ ਆਖਿਆ ਵੀ ਇਸ ਥਾਂ ਤੇ ਮੱਥਾ ਟੇਕੋ ਤੁਸੀਂ ਜੀ। ਉਸ ਥਾਂ ਤੇ ਮੱਥਾ ਟੇਕਿਆ ਤੇ ਫਿਰ ਚੱਲਣ ਦੀ ਤਿਆਰੀ ਕੀਤੀ। ਭਾਵ ਗੁਰੂ ਜੀ ਦੀ ਆਗਿਆ ਲਈ ਜੀ। ਹਾਂਜੀ। ਸੁਤ ਕੋ ਚਪਲ ਤੁਰੰਗ ਚੜਾਇਓ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇੱਕ ਘੋੜੇ ਤੇ ਸਵਾਰ ਹੋ ਗਏ ਜੀ। ਹਾਂਜੀ। ਕੀਰਤਪੁਰ ਸ਼ੋਰਨ ਮਨ ਭਾਇਓ। ਤੇ ਫਿਰ ਕੀਰਤਪੁਰ ਸਾਹਿਬ ਨੂੰ ਤਿਆਗਿਆ। ਮਨ ਵਿੱਚ ਉਹ ਹੀ ਵਿਚਾਰ ਵੀ ਜਦੋਂ ਆਏ ਸਾਂ ਆਪਣੇ ਪਿਤਾ ਸਤਿਗੁਰੂ ਜੀ ਦੇ ਨਾਲ ਆਏ ਸਾਂ ਜੀ, ਹੁਣ ਅੱਜ ਇਸ ਤਰੀਕੇ ਨਾਲ ਜਾ ਰਹੇ ਹਾਂ। ਹਾਂਜੀ। ਪਰੇ ਪੰਥ ਕੋ ਗਏ ਬਕਾਲੇ। ਤੇ ਫਿਰ ਰਸਤੇ ਤੇ ਪੈ ਕੇ ਬਾਬਾ ਬਕਾਲਾ ਸਾਹਿਬ, ਪਹਿਲਾਂ ਤੇ ਬਕਾਲਾ ਹੀ ਕਹਿੰਦੇ ਸੀਗੇ ਜੀ ਨਿਰਾਈ ਜੀ। ਪਹਿਲਾਂ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਨੂੰ ਨਿਰਾਈ ਬਕਾਲਾ ਕਹਿੰਦੇ ਹੁੰਦੇ ਸੀਗੇ ਜੀ। ਬਾਬਾ ਬਕਾਲਾ ਤੇ ਉਰੋਂ ਕਹਿਣਾ ਸ਼ੁਰੂ ਹੋਏ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇਸ਼ਾਰਾ ਕੀਤਾ ਵੀ ਬਾਬਾ ਬਕਾਲੇ। ਫਿਰ ਬਕਾਲੇ ਨੂੰ ਬਾਬਾ ਬਕਾਲਾ ਸਾਹਿਬ ਕਹਿਣ ਲੱਗ ਪਏ ਜੀ। ਬਕਾਲੇ ਦੀ ਧਰਤੀ ਤੇ ਇੱਧਰ ਆ ਗਏ ਜੀ। ਹਾਂਜੀ। ਤਹਾਂ ਸਦਨ ਚਿਨਵਾਏ ਬਿਸਾਲੇ। ਗੁਰਮੁਖੋ ਉੱਥੇ ਜਾ ਕੇ ਪੁੱਛਿਆ ਭਾਈ ਮੇਰੇ ਦਾ ਘਰ ਪਰਿਵਾਰ ਕਿੱਥੇ ਹੈ। ਬਕਾਲੇ ਸ਼ਹਿਰ ਦੀਆਂ ਨਗਰ ਦੀਆਂ ਜਿਹੜੀਆਂ ਸੰਗਤਾਂ ਸਨ ਉਹਨਾਂ ਮਾਤਾ ਜੀ ਦਾ ਬੜਾ ਹੀ ਸਤਿਕਾਰ ਕੀਤਾ, ਆਓ ਭਗਤ ਕੀਤੀ। ਜਦੋਂ ਪੁੱਛਿਆ ਵੀ ਭਾਈ ਮੇਰਾ ਜੀ ਦੇ ਘਰ ਜਾਣਾ ਤੇ ਸੰਗਤਾਂ ਨੇ ਆਖਿਆ ਵੀ ਮਾਤਾ ਜੀ ਮੇਰਾ ਜੀ ਤੇ ਸਰੀਰ ਛੱਡ ਗਏ ਨੇ, ਉਹਨਾਂ ਦਾ ਘਰ ਪਰਿਵਾਰ ਉੱਥੇ ਹੈ। ਮਾਤਾ ਜੀ ਉਹਨਾਂ ਦੇ ਘਰ ਗਏ। ਘਰ ਵਾਲਿਆਂ ਬੜਾ ਹੀ ਸਤਿਕਾਰ ਕੀਤਾ ਤੇ ਮਾਤਾ ਜੀ ਨੇ ਆਖਿਆ, ਕਹਿਣ ਲੱਗੇ ਭਾਈ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਤੁਹਾਡੇ ਘਰ ਆਉਣ ਬਾਰੇ ਆਖਿਆ ਸੀਗਾ ਜੀ ਵੀ ਇਸ ਥਾਂ ਤੇ ਆਉਣਾ। ਮੈਂ ਉਸ ਦਿਨ ਵੀ ਬੇਨਤੀ ਕੀਤੀ ਤੇ ਮੈਂ ਫਿਰ ਅੱਜ ਬੇਨਤੀ ਕਰ ਦੇਣਾ। ਭਾਈ ਮੇਰਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ ਵੀ ਇੱਕ ਦਿਨ ਹੀ ਰਹਿ ਪੋ, ਇੱਕ ਦਿਨ ਹੀ। ਜਿਸ ਦਿਨ ਮਾਤਾ ਗੰਗਾ ਜੀ ਨੇ ਸਰੀਰ ਤਿਆਗਿਆ ਜੀ, ਸਤਿਗੁਰਾਂ ਆਖਿਆ ਨਹੀਂ ਹੁਣ ਨਹੀਂ ਰਹਿਣਾ। ਭਾਈ ਮੇਰਾ ਜੀ ਕਹਿੰਦੇ ਨਹੀਂ ਮਹਾਰਾਜ ਇੱਕ ਦਿਨ ਹੀ ਰਹਿ ਪੋ। ਮਹਾਰਾਜ ਕਹਿਣ ਲੱਗੇ ਭਾਈ ਮੇਰੇ ਇੱਕ ਦਿਨ ਨਹੀਂ, ਸਮਾਂ ਆਏਗਾ ਤੇਰੇ ਘਰ ਕਈ ਸਾਲ ਆ ਕੇ ਰਵਾਂਗੇ ਜੀ। ਹੁਣ ਇੱਕ ਸਿੱਖ ਵਾਸਤੇ ਬੜੀ ਵੱਡੀ ਗੱਲ ਵੀ ਉਹਦੇ ਘਰ ਕਈ ਸਾਲ ਗੁਰੂ ਜੀ ਆ ਕੇ ਰਹਿਣ। ਹਾਂਜੀ। ਤੇ ਭਾਈ ਜੀ ਨੇ ਆਖਿਆ ਮਹਾਰਾਜ ਉਹ ਸਮਾਂ ਕਿਹੜਾ ਹੋਏਗਾ। ਮਹਾਰਾਜ ਨੇ ਕਿਹਾ ਸੀ ਭਾਈ ਮੇਰੇ ਤੁਸੀਂ ਨਹੀਂ ਵੇਖੋਗੇ ਤੁਹਾਡਾ ਕੁੱਲ ਪਰਿਵਾਰ ਵੇਖੇਗਾ ਜੀ। ਅੱਜ ਉਹ ਵੀ ਸਮਾਂ ਆ ਗਿਆ ਜੀ। ਹਾਂਜੀ। ਭਾਈ ਮੇਰਾ ਜੀ ਆਪ ਤਾਂ ਨਹੀਂ ਸੀ ਹੈਗੇ। ਭਾਈ ਮੇਰਾ ਜੀ ਦਾ ਖਾਨਦਾਨ ਪਰਿਵਾਰ ਜਾਂਦਿਆਂ ਜਾਂਦਿਆਂ ਭਾਈ ਮੇਰਾ ਜੀ ਆਪਣੇ ਬੱਚਿਆਂ ਨੂੰ ਕਹਿ ਗਏ ਸੀ, ਆਪਣੀ ਸੰਤਾਨ ਨੂੰ ਕਹਿ ਗਏ ਸਨ ਭਾਈ ਸਮਾਂ ਆਉਣਾ ਸਾਡੇ ਘਰ ਕਈ ਸਾਲ ਗੁਰੂ ਜੀ ਨੇ ਰਹਿਣਾ ਜੀ। ਹਾਂਜੀ। ਉਸ ਥਾਂ ਤੇ ਫਿਰ ਮਾਤਾ ਜੀ ਗਏ। ਮਾਤਾ ਜੀ ਨੇ ਦੱਸਿਆ ਪਰਿਵਾਰ ਤੇ ਪਹਿਲਾਂ ਹੀ ਉਡੀਕਣ ਦਿਆ ਸੀ। ਇੱਕ ਅਸਥਾਨ ਵਧੀਆ ਮਾਤਾ ਜੀ ਵਾਸਤੇ ਬਣਾ ਕੇ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਨੇ ਹੁਕਮ ਕੀਤਾ ਭਾਈ ਮੈਨੂੰ ਉਹ ਥਾਂ ਦਿਓ ਜਿਹੜੀ ਥਾਂ ਪੋਲੀ ਹੋਵੇ। ਪੁੱਛਿਆ ਕਿਉਂ। ਕਹਿੰਦੇ ਜੀ ਥੱਲੇ ਟੋਇਆ ਗੱਡ ਕੇ ਉੱਥੇ ਬਹਿ ਕੇ ਭਗਤੀ ਕਰਨੀ ਜੀ। ਹੁਣ ਗੱਲ ਹੀ ਨਹੀਂ ਕਰਨੀ ਕਿਸੇ ਨਾਲ, ਗੱਜ ਕੇ ਆਖੋ ਵਾਹਿਗੁਰੂ। ਭੋਰੇ ਨਹੀਂ ਮਾੜੇ ਹੈਗੇ ਜੀ। ਹਾਂਜੀ। ਭੋਰਿਆਂ ਦੇ ਵਿੱਚ ਬਹਿ ਕੇ ਕੀਤਾ ਹੋਇਆ ਪਖੰਡ ਮਾੜਾ ਹੈ। ਭੋਰੇ ਥੋੜੀ ਮਾੜੇ ਹੈਗੇ ਜੀ। ਹਾਂਜੀ। ਜਿੱਥੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਪਿਆ ਜਾਵੇ ਉਹ ਚੀਜ਼ ਮਾੜੀ ਥੋੜੀ ਹੁੰਦੀ ਹੈ ਜੀ। ਉਹ ਨੀਵੀਂ ਕਰਕੇ ਨਾ ਜੀ ਥਾਂ ਤੇ ਬਸ ਉਸ ਦਿਨ ਤੋਂ ਗੁਰੂ ਤੇਗ ਬਹਾਦਰ ਸਾਹਿਬ ਬੈਠ ਗਏ ਜੀ ਪੋਰਾ ਸਾਹਿਬ ਦੇ ਅੰਦਰ। ਤੇ ਬਾਹਰ ਆਉਣਾ ਜਦੋਂ ਮੌਜ ਆਉਣੀ ਜੀ ਤੇ ਤੁਸੀਂ ਪੋਰਾ ਸਾਹਿਬ ਦੇ ਦਰਸ਼ਨ ਕੀਤੇ। ਗੁਰਮੁਖੋ ਲੰਮੇ ਪੈਣ ਦੀ ਥਾਂ ਹੀ ਨਹੀਂ ਹੈਗੀ ਜੀ ਪੋਰਾ ਸਾਹਿਬ ਵਿੱਚ ਜੀ, ਬਹਿਣ ਦੀ ਥਾਂ ਹੀ ਹੈਗੀ ਜੀ। ਬਸ ਬੈਠੇ ਰਹਿਣਾ ਬੈਠੇ ਰਹਿਣਾ। ਕਦੀ ਕਦੀ ਸ਼ਾਮ ਨੂੰ ਘੋੜੇ ਤੇ ਸੈਰ ਕਰਨ ਜਾਣੀ ਜੀ ਮਹਾਰਾਜ ਨੇ ਤੇ ਬਹੁਤ ਸਮਾਂ ਉੱਥੇ ਰਹਿਣਾ। ਉਹ ਪਵਿੱਤਰ ਥਾਂ ਹੈ ਬਾਬਾ ਬਕਾਲਾ ਸਾਹਿਬ ਜਿੱਥੇ ਸਾਡੀਆਂ 3 ਮਾਵਾਂ ਰਹੀਆਂ ਜੀ। ਕਿਹੜੇ ਕਿਹੜੇ। ਸਭ ਤੋਂ ਪਹਿਲਾਂ
ਗੁਰੂ ਘਰ ਵਿੱਚ ਪੂਜਨੀਕ ਮਾਤਾ ਧੰਨ ਮਾਤਾ ਗੰਗਾ ਜੀ ਨੇ ਉਸ ਥਾਂ ਤੇ ਜਾ ਕੇ ਸਰੀਰ ਤਿਆਗਿਆ ਜੀ। ਫਿਰ ਹੁਣ ਇੱਕ ਪਾਸੇ ਮਾਤਾ ਨਾਨਕੀ ਜੀ ਤੇ ਇੱਕ ਪਾਸੇ ਮਾਤਾ ਗੁਜਰੀ ਜੀ, ਉਹ ਵੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਰਹਿਣ ਲੱਗ ਪਏ ਜੀ। ਹਾਂਜੀ, ਕਰਿਓ ਬਾਸ ਤਿਹ ਸਮੋ ਬਿਤਾਵਨ, ਹਾਂਜੀ, ਸ਼੍ਰੀ ਗੁਰੂ ਤੇਗ ਬਹਾਦਰ ਪਾਵਨ। ਉੱਥੇ ਫਿਰ ਬਾਸ ਕੀਤਾ, ਉਸ ਧਰਤੀ ਨੂੰ ਪਵਿੱਤਰ ਕੀਤਾ। ਮਾਤਾ ਜੀ ਗੁਰੂ ਜੀ ਦੇ ਬਚਨਾਂ ਨੂੰ ਚੇਤਾ ਕਰਨ ਲੱਗ ਪਏ ਵੀ ਕਦੋਂ ਉਹ ਸਮਾਂ ਆਏਗਾ ਜੀ, ਮੇਰੇ ਘਰ ਪੋਤਰੇ ਦਾ ਆਗਮਨ ਕਦੋਂ ਹੋਣਾ ਜੀ। ਮਾਤਾ ਜੀ ਇਸ ਗੱਲ ਨੂੰ ਚੇਤਾ ਕਰਨ ਜੀ। ਨਾਲੇ ਗੁਰੂ ਜੀ ਨੇ ਆਖਿਆ ਸੀ ਗੁਰਤਾ ਗੱਦੀ ਇਹਨਾਂ ਨੂੰ ਵੀ ਮਿਲਣੀ, ਉਹ ਕਿਹੜਾ ਸਮਾਂ ਆਏਗਾ। ਹਾਂਜੀ, ਪੁੱਤਰ ਬਧੂ ਗੁਜਰੀ ਸੁਖ ਪਾਏ। ਪੁੱਤਰ ਬਧੂ ਭਾਵ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਪਤਨੀ ਧੰਨ ਮਾਤਾ ਗੁਜਰੀ ਜੀ ਉਸ ਥਾਂ ਤੇ ਰਹਿ ਕੇ ਮਾਤਾ ਗੁਜਰੀ ਜੀ ਨੇ ਵੀ ਬੜੀ ਭਗਤੀ ਕੀਤੀ ਜੀ। ਅੱਜ ਕੇ ਆਖੋ ਵਾਹਿਗੁਰੂ। ਆਮ ਤੌਰ ਤੇ ਤੁਸੀਂ ਵਿਦਵਾਨਾਂ ਕੋਲੋਂ ਗੱਲ ਸੁਣਦੇ ਹੋ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭੋਰਾ ਸਾਹਿਬ ਦੇ ਵਿੱਚ ਬੈਠ ਕੇ ਭਗਤੀ ਕੀਤੀ ਤੇ ਮਾਤਾ ਜੀ ਨੇ ਉੱਤੇ ਬੈਠ ਕੇ ਭਗਤੀ ਕੀਤੀ ਜੀ। ਹਾਂਜੀ, ਨਾ ਕਿਸੇ ਨਾਲ ਬਹੁਤੀ ਗੱਲ ਤੇ ਨਾ ਬਹੁਤਾ ਕੋਈ ਬਚਨ ਹੀ ਕਰਨਾ ਜੀ, ਬਸ ਆਪਣੇ ਮੱਤੇ ਵਿੱਚ ਰਹਿਣਾ ਜੀ। ਹਾਂਜੀ, ਤੀਨੋਂ ਬਸੇ ਜਾਏ ਤਿਸ ਥਾਏ। ਗੁਰੂ ਜੀ ਦੇ ਪਰਿਵਾਰ ਵਿੱਚੋਂ 3 ਜੀ ਉਹ ਤੇ ਬਾਬਾ ਬਕਾਲਾ ਸਾਹਿਬ ਚਲੇ ਗਏ ਜੀ। 3 ਜੀ। ਹਾਂਜੀ, ਵੇਖ ਲਓ ਇਹਨਾਂ 3 ਜੀਆਂ ਦੀ ਪਹਿਲਾਂ ਹੀ ਗੁਰੂ ਹਰਗੋਬਿੰਦ ਸਾਹਿਬ ਤਿਆਰੀ ਕਰਕੇ ਆਏ ਸੀਗੇ ਜੀ, ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀਗੀ ਜੀ। ਹਾਂਜੀ, ਉਹ ਡੀਕਨ ਦੇ ਸਨ ਜੀ। ਅਗਲੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਰਿਵਾਰ ਦੇ 3 ਜੀ ਉਹ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਆ ਗਏ। ਸਾਹਿਬ ਭਾਣੇ ਨਰ ਪਠਿਓ ਆਪਣੋ ਪੁੱਤਰ ਹਕਾਰ। ਹੁਣ ਬਾਬਾ ਭਾਨਾ ਜੀ ਦੀ ਬਚਨ ਸੁਣੋ। ਭਾਈ ਸੰਤੋਖ ਸਿੰਘ ਜੀ ਕਹਿੰਦੇ ਬਾਬਾ ਬੁੱਢਾ ਸਾਹਿਬ ਦੇ ਸਪੁੱਤਰ ਬਾਬਾ ਭਾਨਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਸੀ, ਭਾਨਾ ਜੀ ਸਾਡੇ ਸਰੀਰ ਤਿਆਗਣ ਤੋਂ ਬਾਅਦ ਆਪਣੇ ਪੁੱਤਰ ਨੂੰ ਇਸ ਥਾਂ ਤੇ ਸੱਦ ਕੇ ਹਜ਼ੂਰੀ 'ਚ ਬਿਠਾ ਦਿਓ। ਹਾਂਜੀ, ਤੇ ਆਪ ਤੁਸੀਂ ਰਮਦਾਸ ਚਲੇ ਜਾਣਾ ਜੀ। ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਵਿੱਚੋਂ ਨਾ ਜੀ ਇੱਕ ਜੀ ਸਦਾ ਹੀ ਗੁਰੂ ਘਰ ਵਿੱਚ ਰਹਿੰਦਾ ਹੁੰਦਾ ਸੀਗਾ ਜੀ। ਸਮਾਂ ਆਇਆ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਲ ਵੀ ਰਹੇ। ਹਾਂਜੀ, ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਵੀ ਰਹੇ ਤੇ ਭਾਈ ਰਾਮ ਕੋਇਰ ਜੀ ਜਿਹੜੇ ਅੰਮ੍ਰਿਤ ਛਕ ਕੇ ਭਾਈ ਗੁਰਬਖਸ਼ ਸਿੰਘ ਬਣੇ ਜੀ, ਉਹ 10ਵੇਂ ਪਾਤਸ਼ਾਹ ਦੇ ਨਾਲ ਰਹੇ ਜੀ। ਹਾਂਜੀ, ਤਕਰੀਬਨ ਇੱਕ ਜੀ ਪੱਕਾ ਹੀ ਰਹਿੰਦਾ ਹੁੰਦਾ ਸੀ ਨਾਲ ਜੀ, ਸੇਵਾ ਵਿੱਚ ਹਾਜ਼ਰ ਰਹਿਣਾ। ਕਮਾਲ ਦੀ ਗੱਲ ਵੇਖੋ ਬਾਬਾ ਬੁੱਢਾ ਜੀ ਦੀ। ਹਾਂਜੀ, ਜਿਉਂ ਆਪ 12 ਸਾਲ ਦੀ ਉਮਰ ਵਿੱਚ ਗੁਰੂ ਜੀ ਦੇ ਕੋਲ ਆਏ, ਕੱਲੇ ਆਪ ਹੀ ਨਹੀਂ ਆਏ, ਆਪ ਹੀ ਨਹੀਂ ਸੇਵਾ ਵਿੱਚ ਲੱਗੇ, ਸਾਰਾ ਖਾਨਦਾਨ ਪੱਕਾ ਹੀ ਸੇਵਾ ਵਿੱਚ ਲਾਇਆ ਸੀਗਾ ਜੀ ਬਾਬਾ ਜੀ ਨੇ ਜੀ। ਬਾਬਾ ਭਾਨਾ ਜੀ ਨੇ ਇੱਕ ਮਨੁੱਖ ਰਮਦਾਸ ਦੀ ਧਰਤੀ ਤੇ ਭੇਜਿਆ ਜੀ। ਹਾਂਜੀ, ਸ਼ਰਾਵਣ ਨਾਮ ਤਿਸ ਕੋ ਆਹੈ ਬ੍ਰਿਧ ਕੇ ਬੰਸ ਉਦਾਰ। ਤੇ ਬਾਬਾ ਭਾਨਾ ਜੀ ਦਾ ਪੁੱਤਰ ਸੀਗਾ ਜੀ, ਜਿਹਨੂੰ ਗੁਰੂ ਘਰ ਵਿੱਚ ਬੜਾ ਸਤਿਕਾਰ ਮਿਲਿਆ ਜਿਨ੍ਹਾਂ ਨੂੰ, ਔਰ ਉਹਨਾਂ ਦਾ ਨਾਮ ਬਾਬਾ ਸਰਵਣ ਜੀ ਹੈ। ਅੱਜ ਕੇ ਆਖੋ ਵਾਹਿਗੁਰੂ। ਹਾਂਜੀ, ਸਰਵਣ ਜੀ। ਹਾਂਜੀ, ਸਰਵਣ ਜੀ ਆਪਣੇ ਮਾਤਾ ਪਿਤਾ ਦੇ ਬੜੇ ਆਗਿਆਕਾਰ ਸਨ ਜੀ। ਬਾਬਾ ਸਰਵਣ ਜੀ ਨੂੰ ਸੱਦਿਆ ਵੀ ਹੁਣ ਤੁਸੀਂ ਇਸ ਥਾਂ ਤੇ ਆਓ। ਹਾਂਜੀ, ਕੀਰਤਪੁਰ ਮੈਂ ਹੈ ਸੋ ਚੱਲ ਆਇਓ। ਬਾਬਾ ਸਰਵਣ ਜੀ ਬਾਬਾ ਭਾਨਾ ਜੀ ਦਾ ਹੁਕਮ ਮੰਨ ਕੇ ਕੀਰਤਪੁਰ ਸਾਹਿਬ ਵਿੱਚ ਆਏ ਜੀ। ਹਾਂਜੀ, ਗੁਰ ਜਸ ਭਲੇ ਭਾਖ ਸਮਝਾਇਓ। ਤੇ ਹੁਣ ਧਿਆਨ ਨਾਲ ਸੁਣਿਓ, ਉਹੋ ਹੀ ਗੱਲ ਜੋ ਬਾਬਾ ਬੁੱਢਾ ਜੀ ਨੇ ਕੀਤੀ, ਉਹੋ ਹੀ ਗੱਲ ਹੁਣ ਬਾਬਾ ਭਾਨਾ ਜੀ ਕਰਨ ਲੱਗੇ ਜੀ। ਆਪਣੇ ਪੁੱਤਰ ਨੂੰ ਚੰਗੀ ਤਰ੍ਹਾਂ ਗੱਲ ਸਮਝਾਈ ਬਾਬਾ ਸਰਵਣ ਜੀ ਨੂੰ ਕੋਲ ਸੱਦ ਕੇ। ਹਾਂਜੀ, ਸ਼੍ਰੀ ਹਰਿ ਰਾਏ ਬਾਹਾਂ ਪਕਰਾਈ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ, ਜਦੋਂ ਬਾਬਾ ਬੁੱਢਾ ਸਾਹਿਬ ਨੇ ਸਰੀਰ ਤਿਆਗਣਾ ਸੀ ਨਾ, ਉਸ ਰਾਤ ਆਪਣੇ ਪੁੱਤਰ ਬਾਬਾ ਭਾਨਾ ਜੀ ਨੂੰ ਸੱਦਿਆ ਸੀ ਤੇ ਪੁੱਤਰ ਦੀ ਬਾਂਹ ਫੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਂਹ ਵਿੱਚ ਫੜਾਈ ਸੀ ਤੇ ਆਖਿਆ ਸੀ, ਸਤਿਗੁਰੂ ਮੇਰੀ ਤੇ ਨਿਭ ਗਈ, ਮੇਰੇ ਕੁੱਲ ਦੀ ਵੀ ਨਿਭ ਜੇ ਜੀ। ਹਾਂਜੀ, ਉਹ ਕੰਮ ਹੀ ਬਾਬਾ ਭਾਨਾ ਜੀ ਨੇ ਕੀਤਾ। ਜਾਣ ਲੱਗਿਆਂ ਆਪਣੇ ਪੁੱਤਰ ਬਾਬਾ ਸਰਵਣ ਜੀ ਦੀ ਬਾਂਹ ਫੜ ਕੇ ਗੁਰੂ ਹਰਿਰਾਏ ਸਾਹਿਬ ਨੂੰ ਫੜਾ ਦਿੱਤੀ ਜੀ। ਮਹਾਰਾਜ ਜਿਵੇਂ ਮੇਰੇ ਤੇ ਮਿਹਰ ਰੱਖੀ ਉਵੇਂ ਇਹਦੇ ਤੇ ਵੀ ਮਿਹਰ ਰੱਖਿਓ। ਹਾਂਜੀ, ਆਪਣੇ ਨਿਕਟ ਰੱਖੋ ਸੁਖਦਾਈ। ਸੱਚੇ ਪਾਤਸ਼ਾਹ ਸਤਿਗੁਰਾਂ ਨੇ ਮੈਨੂੰ ਹੁਕਮ ਕੀਤਾ ਸੀ, ਅੱਜ ਉਹ ਹੁਕਮ ਪੂਰਾ ਕਰਨ ਦਾ ਵੇਲਾ ਆਇਆ।
ਇਸ ਮੇਰੇ ਪੁੱਤਰ ਨੂੰ ਆਪਣੇ ਚਰਨਾਂ ਵਿੱਚ ਰੱਖੋ ਮਹਾਰਾਜ। ਵੀ ਇਸ ਪੁੱਤਰ ਦਾ ਨਾਂ ਸਰਵਣ ਹੈ, ਤੁਹਾਡਾ ਹੀ ਦਿੱਤਾ ਹੋਇਆ, ਤੁਹਾਡਾ ਬਖਸ਼ਿਆ ਹੋਇਆ ਹੈ, ਇਹਨੂੰ ਆਪਣੇ ਚਰਨਾਂ 'ਚ ਰੱਖੋ। ਬਾਬਾ ਸਰਵਣ ਜੀ ਬਾਬਾ ਬੁੱਢਾ ਜੀ ਦੇ ਪੋਤਰਾ ਜੀ ਸਨ ਜੀ। ਹਾਂਜੀ ਮਹਾਰਾਜ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਰੱਖੋ। ਹਾਂਜੀ ਆਪ ਕਰੀ ਭਾਨੇ ਪਗ ਨਮੋ। ਤੇ ਆਪ ਬਾਬਾ ਭਾਨਾ ਜੀ ਨੇ ਨਮਸਕਾਰ ਕੀਤੀ ਗੁਰੂ ਹਰ ਰਾਏ ਸਾਹਿਬ ਦੇ ਚਰਨਾਂ ਵਿੱਚ। ਹਾਂਜੀ ਗੁਰ ਤੇ ਬਿਦਾ ਹੋਏ ਤੇ ਸਮੋ। ਤੇ ਗੁਰੂ ਸਾਹਿਬ ਕੋ ਆਗਿਆ ਲੈ ਲਈ, ਗੱਜ ਕੇ ਆਖੋ ਵਾਹਿਗੁਰੂ। ਬਾਬਾ ਭਾਨਾ ਜੀ ਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਸੱਦਿਆ ਸੀ ਇਸ ਪੁਰੀ ਵਿੱਚ ਤੁਹਾਡੇ ਪਿਤਾ ਸਤਿਗੁਰੂ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਨੇ, ਤੇ ਮਹਾਰਾਜ ਹੁਣ ਕਿਰਪਾ ਕਰੋ ਤੇ ਤੁਸੀਂ ਆਗਿਆ ਦੇ ਦਿਓ ਮਹਾਰਾਜ। ਪਿਤਾ ਜੀ ਦਾ ਆਪ ਜੀ ਦੇ ਹੁਕਮ ਸੀ, ਵਾਹਿਗੁਰੂ ਤੁਹਾਡੇ ਦਾਦਾ ਸਤਿਗੁਰੂ ਜੀ ਦਾ, ਗੁਰੂ ਹਰਗੋਬਿੰਦ ਸਾਹਿਬ ਦਾ, ਕਿਰਪਾ ਕਰੋ ਮੈਨੂੰ ਰਮਦਾਸ ਜਾਣ ਦਾ ਹੁਕਮ ਕੀਤਾ ਸੀ ਤੇ ਮੈਨੂੰ ਆਗਿਆ ਦਿਓ। ਹਾਂਜੀ ਪਹੁੰਚਿਓ ਆਪਣੇ ਗ੍ਰਾਮ ਰਮਦਾਸ। ਗੁਰੂ ਹਰ ਰਾਏ ਸਾਹਿਬ ਨੇ ਆਗਿਆ ਦਿੱਤੀ ਵੀ ਕੋਈ ਨਹੀਂ ਜਾਓ। ਤੇ ਫਿਰ ਬਾਬਾ ਭਾਨਾ ਜੀ ਆਪਣੇ ਨਗਰ ਰਮਦਾਸ ਵਿੱਚ ਆ ਗਏ ਜੀ, ਰਮਦਾਸ ਵਿੱਚ। ਹਾਂਜੀ ਕੇਤਿਕ ਸਮੋ ਸਦਨ ਮਹਿਬਾਸ। ਕੁਝ ਕੁ ਸਮਾਂ ਤੇ ਬਾਬਾ ਜੀ ਆਪਣੇ ਘਰ ਵਿੱਚ ਰਹੇ। ਹਾਂਜੀ ਤਨ ਕੋ ਤਿਆਗ ਗੁਰਪੁਰ ਗਇਓ। ਤੇ ਗੱਜ ਕੇ ਆਖੋ ਵਾਹਿਗੁਰੂ। ਬਾਬਾ ਭਾਨਾ ਜੀ ਨੇ ਵੀ ਵੈਸਾ ਹੀ ਕੀਤਾ ਜੀ। ਹਾਂਜੀ ਆਪੇ ਆਪ ਬਾਣੀ ਪੜ੍ਹ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਬਾਰ-ਬਾਰ ਯਾਦ ਕੀਤਾ। ਤੇ ਗੁਰਮੁਖੋ ਬਾਬਾ ਭਾਨਾ ਜੀ ਵੀ ਚਾਦਰ ਲੈ ਕੇ ਲੰਮੇ ਪੈ ਗਏ ਤੇ ਸਰੀਰ ਛੱਡ ਦਿੱਤਾ ਜੀ ਬਾਬਾ ਜੀ ਨੇ ਜੀ। ਬਾਬਾ ਜੀ ਨੇ ਸਰੀਰ ਤਿਆਗ ਕਰ ਸਰੀਰ ਛੱਡ ਦਿੱਤਾ। ਬ੍ਰਹਮ ਗਿਆਨ ਕੋ ਜੇ ਸੁਖ ਭਇਓ। ਭਾਈ ਸੰਤੋਖ ਸਿੰਘ ਜੀ ਲਿਖਦੇ ਗੁਰਮੁਖੋ ਬਾਬਾ ਭਾਨਾ ਜੀ ਦੀ ਅਵਸਥਾ ਬ੍ਰਹਮ ਗਿਆਨ ਵਾਲੀ ਅਵਸਥਾ ਸੀ। ਹਾਂਜੀ ਸ਼੍ਰੀ ਕੀਰਤਪੁਰ ਮੈਂ ਸ਼੍ਰੀ ਹਰ ਰਾਏ। ਹਾਂਜੀ ਰਹੇ ਬਿਰਾਜਤ ਗੁਰ ਤਾ ਪਾਏ। ਉਧਰ ਹੁਣ ਚੌਰ ਸਾਹਿਬ ਹੋਣ ਲੱਗ ਪਿਆ ਗੁਰੂ ਹਰ ਰਾਏ ਸਾਹਿਬ ਦੇ ਸੀਸ ਉੱਤੇ ਜੀ। ਗੱਦੀ ਸਾਹਿਬ ਤੇ ਸੱਜਣ ਲੱਗ ਪਏ ਗੁਰੂ ਹਰ ਰਾਏ ਸਾਹਿਬ। ਸੱਚੇ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਤੇ ਸੱਜ ਕੇ ਸੰਗਤਾਂ ਨੂੰ ਨਾਮ ਜਪਾਉਣ ਲੱਗ ਪਏ ਜੀ। ਹਾਂਜੀ ਸੂਰਜ ਮਲ ਰਹਿ ਨਿਕਟ ਸਦੀਵਾ। ਤੇ ਗੁਰੂ ਜੀ ਦੇ ਵੱਡੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੇ ਬਾਬਾ ਸੂਰਜ ਮਲ ਜੀ ਗੁਰੂ ਹਰ ਰਾਏ ਸਾਹਿਬ ਜੀ ਦੀ ਆਗਿਆ ਵਿੱਚ ਰਹਿਣ ਲੱਗ ਪਏ ਜੀ। ਗੱਜ ਕੇ ਆਖੋ ਵਾਹ। ਇੱਥੇ ਗੱਲ ਬੜੀ ਵੱਡੀ ਜੇ ਜੀ। ਜਿੱਥੇ ਮੌਕਾ ਮਿਲਦਾ ਬੰਦਾ ਆਪਾ ਜਣਾ ਹੀ ਦਿੰਦਾ ਜੀ ਵੀ ਅਸੀਂ ਵੀ ਕੁਛ ਹੈਗੇ ਹਾਂ ਜੀ। ਜਿੱਥੇ ਮੌਕਾ ਮਿਲੇ ਬੰਦਾ ਜਣਾ ਦਿੰਦਾ ਜੀ। ਮੈਂ ਬਹੁਤ ਸਾਰਾ ਵੇਖਦਾ ਰਹਿਣਾ ਤੇ ਆਪਣੀ ਜ਼ਿੰਦਗੀ ਵਿੱਚ ਵੀ ਅਜਮਾ ਕੇ ਵੇਖ ਲੈਣਾ ਜੀ। ਸਾਡੇ ਕੋਲੋਂ ਆਪਾ ਜਮਾਏ ਤੋਂ ਬਗੈਰ ਰਿਹਾ ਨਹੀਂ ਜਾਂਦਾ ਜੀ, ਆਪਾ ਵਿਖਾਉਣ ਤੋਂ ਬਗੈਰ। ਧੰਨ ਸਨ ਬਾਬਾ ਸੂਰਜ ਮਲ ਜੀ। ਗੁਰੂ ਹਰ ਰਾਏ ਸਾਹਿਬ ਉਹਨਾਂ ਦੇ ਭਤੀਜਾ ਜੀ ਨੇ ਜੀ। ਹਾਂਜੀ ਪਰ ਉਸ ਦਿਨ ਤੋਂ ਬਾਅਦ ਜਿਸ ਦਿਨ ਗੁਰਤਾ ਗੱਦੀ ਮਿਲ ਗਈ ਉਹ ਦਿਨ ਸਾਰੇ ਹੀ ਰਿਸ਼ਤੇ ਖਤਮ ਹੋ ਗਏ ਜੀ। ਉਹ ਦਿਨ ਚਾਚਾ ਭਤੀਜਾ ਇੱਕ ਪਾਸੇ ਰਹਿ ਗਿਆ ਜੀ। ਉਹ ਦਿਨ ਤੇ ਗੁਰੂ ਤੇ ਸਿੱਖ ਵਾਲਾ ਰਿਸ਼ਤਾ ਕਾਇਮ ਹੋ ਗਿਆ ਜੀ। ਕਿਉਂ ਬਾਬਾ ਸੂਰਜ ਮਲ ਜੀ ਨੇ ਆਖਿਆ ਸੀ ਨਾ ਮਹਾਰਾਜ ਮੈਨੂੰ ਆਪਣੀ ਸਿੱਖੀ ਦੇ ਦਿਓ। ਹਾਂਜੀ ਬਾਬਾ ਸੂਰਜ ਮਲ ਜੀ ਕੀਰਤਪੁਰ ਸਾਹਿਬ ਵਿੱਚ ਸਿੱਖ ਬਣ ਕੇ ਰਹਿਣ ਲੱਗ ਪਏ ਜੀ। ਹਾਂਜੀ ਕਹੇ ਪਿਤਾ ਕੇ ਕਰ ਮਨ ਨੀਵਾ। ਆਪਣੇ ਪਿਤਾ ਜੀ ਦਾ ਬਚਨ ਚੇਤਾ ਰੱਖਿਆ, ਸਿੱਖੀ ਕਮਾਉਣੀ ਹੈ ਤੇ ਮਨ ਨੀਵਾ ਰੱਖਣਾ ਪਏਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਇਹ ਗੱਲ ਕੁਦਰਤੀ ਹੈ ਜੀ, ਮਨ ਨੀਵਾ ਰੱਖਣਾ ਪਏਗਾ। ਪਰ ਕੰਮ ਵੀ ਇਹੋ ਹੀ ਔਖਾ ਜੀ, ਜ਼ਿਆਦਾ ਜੀ, ਬੜਾ ਔਖਾ ਕੰਮ 'ਚ। ਨਾਮ ਜਪਣਾ ਤਾਂ ਵੀ ਮਨ ਨੀਵਾ ਰੱਖਣਾ ਪੈਣਾ। ਹਾਂਜੀ ਸੇਵਾ ਕਰਨੀ ਤਾਂ ਵੀ ਮਨ ਨੀਵਾ ਰੱਖਣਾ ਪੈਣਾ ਜੀ। ਸਾਰੇ ਕੰਮਾਂ ਲਈ ਮਨ ਨੀਵਾ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਤਤ ਤੇ ਹੋਈ ਹੈ ਜੀ। ਸਾਰੇ ਗੁਣਾਂ ਦਾ ਤਤ ਹੈ ਜੀ ਨਿਮਰਤਾ ਰੱਖਣੀ ਜੀ। ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਸੀ ਭਾਨਾ ਜੀ ਸਿੱਖੀ ਕਮਾਉਣੀ ਤੇ ਮਨ ਨੀਵਾ ਰੱਖ ਲਿਓ। ਵਾਹਿਗੁਰੂ ਸੂਰਜ ਮਲ ਜੀ ਨੂੰ ਆਖਿਆ ਸੀ। ਬਾਬਾ ਸੂਰਜ ਮਲ ਜੀ ਮਨ ਨੀਵਾ ਕਰਕੇ ਤੇ ਹੁਣ ਸਿੱਖੀ ਕਮਾਉਣ ਲੱਗ ਪਏ ਜੀ। ਹਾਂਜੀ ਕੇਤਿਕ ਮਾਸ ਬਤੀਤੇ ਜਬੇ। ਜਦੋਂ ਕੁਝ ਕੁ ਮਹੀਨੇ ਬਤੀਤ ਹੋ ਗਏ ਨਾ ਜੀ। ਹਾਂਜੀ ਮਰਵਾਹੀ ਤਨ ਤਿਆਗਿਓ ਤਬੈ। ਤੇ ਮਾਤਾ ਮਰਵਾਹੀ ਜੀ ਆਏ ਜੀ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਮਣੇ। ਗੱਜ ਕੇ ਆਖੋ ਵਾਹਿਗੁਰੂ। ਹੱਥ ਜੋੜ ਕੇ ਆਖਿਆ ਸਤਿਗੁਰੂ ਜੀ ਮੇਰੀ ਸਰੀਰਕ ਉਮਰ ਪੂਰੀ ਹੋ ਚੁੱਕੀ ਹੈ। ਗੁਰੂ ਹਰ ਰਾਏ ਸਾਹਿਬ ਨੂੰ ਆਖਿਆ ਪੋਤਰਾ ਜੀ ਨੇ ਇਹਨਾਂ ਦੇ ਜੀ ਮੇਰੀ ਸਰੀਰਕ ਉਮਰ ਪੂਰੀ ਹੋ ਚੁੱਕੀ ਹੈ ਤੇ ਕਿਰਪਾ ਕਰੋ ਦਇਆ ਕਰੋ
ਤੇ ਮੈਨੂੰ ਛੁੱਟੀ ਦੇ ਦਿਓ ਜੀ। ਮਹਾਰਾਜ ਨੇ ਆਖਿਆ ਜੀ ਆਪ ਜੀ ਦੀ ਇੱਛਾ ਹੈ। ਮਾਤਾ ਮਰਵਾਹੀ ਜੀ ਨੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰਕੇ ਤੇ ਸਰੀਰ ਛੱਡ ਦਿੱਤਾ ਜੀ। ਹਾਂਜੀ, ਜਥਾ ਜੋਗ ਤਿਹ ਕੋ ਸੰਸਕਾਰਾ। ਮਹਾਰਾਜ ਨੇ ਬੜੀ ਜਥਾ ਜੋਗ ਮਰਜ਼ਾਦਾ ਦੇ ਅਨੁਸਾਰ ਆਪਣੇ ਦਾਦੀ ਜੀ ਦਾ, ਧੰਨ ਮਾਤਾ ਮਰਵਾਹੀ ਜੀ ਦਾ ਸੰਸਕਾਰ ਕਰਵਾਇਆ ਜੀ। ਹਾਂਜੀ, ਕਰਮ ਕਰਾਏ ਪੁੱਤਰ ਤਬ ਸਾਰਾ। ਹਾਂਜੀ, ਦੀਨਸ ਦਾਨ ਅਧਿਕ ਤਿਸ ਕਾਲਾ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਭਾਈ ਸਾਡੇ ਦਾਦੀ ਜੀ ਨੇ ਸਰੀਰ ਤਿਆਗਿਆ, ਇਹਨਾਂ ਸਾਡੇ ਦਾਦਾ ਸਤਿਗੁਰੂ ਜੀ ਦੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਬਹੁਤ ਸਮਾਂ ਸੇਵਾ ਕੀਤੀ, ਹੁਕਮ ਵਿੱਚ ਰਹੇ, ਇਸ ਕਰਕੇ ਇਹਨਾਂ ਦੇ ਜਾਣ ਤੇ ਵੱਡਾ ਲੰਗਰ ਲਾਓ ਭਾਈ। ਹਾਂਜੀ, ਕੀਰਤਪੁਰ ਸਾਹਿਬ ਵਿੱਚ ਮਾਤਾ ਮਰਵਾਹੀ ਜੀ ਦੀ ਯਾਦ ਵਿੱਚ ਵੱਡਾ ਸਾਰਾ ਲੰਗਰ ਲਾਇਆ ਜੀ। ਹਾਂਜੀ, ਸਾਧ ਦਿਜਨ ਤ੍ਰਿਪਤਾਵਤ ਜਾਲਾ। ਬਹੁਤ ਬਹੁਤ ਸਾਧੂ ਪੁਰਸ਼ ਆਏ, ਗੁਰੂ ਕੇ ਸਿੱਖ ਆਏ, ਸਭ ਨੂੰ ਖੁੱਲਾ ਲੰਗਰ ਛਕਾਇਆ ਜੀ। ਹੁਣ ਸਾਡੇ ਪੰਥ ਦੇ ਲੋਕ ਕਿੱਥੋਂ ਜਾਣਦੇ ਮਾਤਾ ਮਰਵਾਹੀ ਜੀ ਨੂੰ ਜੀ। ਹਾਂਜੀ, ਕਿਸੇ ਨੂੰ ਪਤਾ ਹੀ ਨਹੀਂ ਹੈਗਾ ਜੀ ਕੌਣ ਮਾਤਾ ਮਰਵਾਹੀ ਜੀ ਤੇ ਕਿੱਥੇ ਉਹਨਾਂ ਸਰੀਰ ਤਿਆਗਿਆ ਜੀ। ਕੀਰਤਪੁਰ ਸਾਹਿਬ ਵਿੱਚ ਮਾਤਾ ਜੀ ਦੇ ਸਰੀਰ ਤਿਆਗਣ ਤੋਂ ਬਾਅਦ ਬੜਾ ਵੱਡਾ ਲੰਗਰ ਗੁਰੂ ਹਰਿ ਸਾਹਿਬ ਜੀ ਨੇ ਆਪ ਲਵਾਇਆ ਜੀ। ਹਾਂਜੀ, ਜੋ ਨਹਿ ਆਏ ਸਿੱਖ ਮਸੰਦ। ਹਾਂਜੀ, ਪੁੰਨ ਸੁਨ ਸੋਧ ਸ੍ਰੀ ਹਰਗੋਬਿੰਦ। ਕਈਆਂ ਨੂੰ ਤੇ ਅਜੇ ਖਬਰ ਹੀ ਨਹੀਂ ਪਹੁੰਚੀ ਵੀ ਮਹਾਰਾਜ ਸਰੀਰ ਤਿਆਗ ਗਏ ਜੀ। ਬਸ ਜਦੋਂ ਜਦੋਂ ਖਬਰਾਂ ਮਿਲੀਆਂ ਉਸੇ ਵੇਲੇ ਹੀ ਜਿਸ ਨੂੰ ਖਬਰ ਮਿਲਦੀ ਸੀ ਉਹ ਭੱਜ ਕੇ ਦੌੜ ਕੇ ਕੀਰਤਪੁਰ ਸਾਹਿਬ ਨੂੰ ਚੱਲਿਆ ਆਵੇ ਜੀ। ਹਾਂਜੀ, ਕੇਤਕ ਸਮਤ ਮੈਂ ਚੱਲ ਆਵਤ। ਹਾਂਜੀ, ਖਸ਼ਟ ਮਾਸ ਮਹਿ ਕੋ ਦਰਸਾਵਤ। ਤੇ ਫਿਰ ਗੁਰੂ ਹਰਿ ਸਾਹਿਬ ਹੁਣ ਗੁਰਤਾ ਗੱਦੀ ਤੇ ਬੈਠ ਕੇ ਹੁਣ ਇਥੋਂ ਕਥਾ ਦਾ ਮੋੜ ਬਦਲ ਜਾਣਾ ਜੀ। ਹੁਣ ਧਿਆਨ ਨਾਲ ਸੁਣੋ, ਆਖੋ ਧੰਨ ਗੁਰੂ ਹਰਿ ਸਾਹਿਬ ਜੀ ਮਹਾਰਾਜ। ਸਾਰੇ ਆਖੋ ਧੰਨ ਸ੍ਰੀ ਗੁਰੂ ਹਰਿ ਸਾਹਿਬ ਜੀ ਮਹਾਰਾਜ। ਹਰ ਰਾਇਆ ਹਰੀ ਰਾਜਾ ਜੀ, ਪਰਮੇਸ਼ਰ ਰਾਜਾ ਜੀ। ਅਰਥ ਤੇ ਇਹੋ ਹੀ ਨੇ। ਆਪਾਂ ਇੱਕ ਗੁਰਬਾਣੀ ਦੀ ਪੰਕਤੀ ਨੂੰ ਹੁਣ ਸਾਰੀ ਕਥਾ ਵਿੱਚ ਹੀ ਸਤਿਗੁਰੂ ਦੀ ਕਿਰਪਾ ਨਾਲ ਆਧਾਰ ਬਣਾ ਕੇ ਚੱਲੀਏ। ਮੇਰਾ ਮਾਤ ਪਿਤਾ ਹਰ ਰਾਇਆ। ਨਾਲੇ ਇਸੇ ਬਹਾਨੇ ਗੁਰੂ ਹਰਿ ਸਾਹਿਬ ਨੂੰ ਯਾਦ ਕਰਿਆ ਕਰਾਂਗੇ। ਹਾਂਜੀ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਾਂ ਯਾਦ ਕਰਦੇ ਰਹੇ ਨਾ ਦੀਨ ਦੁਨੀ ਦਾ ਪਾਤਸ਼ਾਹ ਕਹਿ ਕੇ, ਉਵੇਂ ਹੁਣ ਗੁਰੂ ਹਰਿ ਸਾਹਿਬ ਨੂੰ ਯਾਦ ਕਰਿਆ ਕਰਾਂਗੇ। ਮੇਰਾ ਮਾਤ ਪਿਤਾ ਹਰ ਰਾਇਆ। ਇਹ ਪੰਕਤੀ ਦੇ ਨਾਲ ਗੱਲ ਇੱਕੋ ਹੀ ਹੈ ਜੀ। ਉਸੇ ਹਰੀ ਰਾਜੇ ਦਾ ਰੂਪ ਨੇ ਗੁਰੂ ਹਰਿ ਸਾਹਿਬ ਜੀ, ਫਰਕ ਥੋੜੀ ਹੈਗਾ ਜੀ। ਚਲੋ ਹੁਣ ਕਥਾ ਗੁਰੂ ਹਰਿ ਸਾਹਿਬ ਦੀ ਆਰੰਭ ਹੋਣ ਲੱਗੀ ਹੈ। ਆਖੋ ਸਾਰੇ, ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ। ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ। ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ। ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ। ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ। ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ। ਮੇਰਾ ਮਾਤ ਪਿਤਾ ਹਰ ਰਾਇਆ। ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਹਰਿ ਸਾਹਿਬ ਹੁਣ ਗੁਰਤਾ ਗੱਦੀ ਤੇ ਸਜਦੇ ਨੇ। ਸਿੱਖ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਉਂਦੇ ਨੇ। ਹਾਂਜੀ, ਕਈ ਤੇ ਸਾਲ ਬਾਅਦ ਆਉਂਦੇ ਨੇ ਤੇ 6 ਮਹੀਨੇ ਗੁਰੂ ਜੀ ਦੇ ਕੋਲ ਰਹਿ ਕੇ ਸੇਵਾ ਕਰਦੇ ਜੀ। ਉਹਨਾਂ ਸਿੱਖਾਂ ਵਿੱਚੋਂ ਮੁਖੀ ਸਿੱਖਾਂ ਦਾ ਨਾਮ ਸੁਣੋ ਜੀ। ਹਾਂਜੀ, ਸੋ ਸਭ ਲਏ ਅਕੋਰਨ ਆਏ। ਹਾਂਜੀ, ਭਗਤੂ ਬਹਿਲੋ ਸਿੱਖ ਸਮੁਦਾਏ। ਉਹਨਾਂ ਸਿੱਖਾਂ ਵਿੱਚੋਂ ਮੁਖੀ ਸਿੱਖਾਂ ਦਾ ਨਾਮ ਸੁਣੋ। ਗੁਰੂ ਹਰਿ ਸਾਹਿਬ ਦੇ ਵੇਲੇ ਜਿਹੜੇ ਆ ਕੇ ਸੇਵਾ ਕਰਦੇ ਰਹੇ, ਉਹਨਾਂ ਵਿੱਚੋਂ ਸਭ ਤੋਂ ਪਹਿਲੇ ਤੇ ਮਹਾਨ ਸਿੱਖ ਸਨ ਭਾਈ ਭਗਤੂ ਜੀ ਦੀ, ਜਿਨ੍ਹਾਂ ਦਾ ਜਨਮ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨਾਂ ਦੇ ਨਾਲ ਹੋਇਆ ਹੈਗਾ ਜੀ। ਕਿੱਥੇ ਕਹਾਣੀ ਜੁੜਦੀ ਜੀ, ਵੇਖੋ ਜਾ ਕੇ। ਹਾਂਜੀ, ਭਾਈ ਭਗਤੂ ਜੀ ਦਾ ਜਨਮ ਸ੍ਰੀ ਗੁਰੂ ਰਾਮਦਾਸ ਜੀ ਦੇ ਬਚਨਾਂ ਦੇ ਨਾਲ ਹੋਇਆ ਸੀਗਾ। ਉਹ ਭਾਈ ਭਗਤੂ ਜੀ ਬੜੇ ਬਜ਼ੁਰਗ ਹੋ ਗਏ ਜੀ, ਮਹਾਰਾਜ ਦੇ ਕੋਲ ਆਉਂਦੇ ਨੇ। ਔਰ ਨਾਲ ਭਾਈ ਬਹਿਲੋ ਜੀ
ਉਹ ਵੀ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਉਂਦੇ ਨੇ। ਹਾਂਜੀ, ਨਿਜ ਨਿਜ ਸੰਗਤ ਕੋ ਸੰਗ ਲਿਆਏ, ਆਪੋ ਆਪਣੀਆਂ ਸੰਗਤਾਂ ਨੂੰ ਨਾਲ ਲੈ ਕੇ ਆਉਂਦੇ ਜੀ। ਹਾਂਜੀ, ਪੂਜੈ ਚਰਨ ਗੁਰੂ ਹਰ ਰਾਏ, ਆ ਕੇ ਕੀਰਤਪੁਰ ਸਾਹਿਬ ਬੜੇ ਪਿਆਰ ਦੇ ਨਾਲ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰਦੇ ਨੇ। ਮਹਾਰਾਜ ਨੇ ਹੁਕਮ ਕੀਤਾ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਤੁਸੀਂ ਕੀਰਤਪੁਰ ਸਾਹਿਬ ਵਿੱਚ ਰਹਿਣਾ ਹੈ, ਬਾਹਰ ਅੰਦਰ ਕਿਤੇ ਨਹੀਂ ਜਾਣਾ, ਲੋੜ ਪੈਣ ਤੇ ਜਾਣਾ ਜੀ। ਸੋ ਮਹਾਰਾਜ ਗੁਰੂ ਹਰਿਰਾਏ ਸਾਹਿਬ ਨੇ ਨਾ ਜੀ ਪੱਕਾ ਆਸਣ ਆਪਣਾ ਕੀਰਤਪੁਰ ਸਾਹਿਬ ਰੱਖਿਆ ਜੀ। ਹਾਂਜੀ, ਵੈਸਾਖੀ ਅਰ ਦੀਪਕ ਮਾਲਾ, ਹਾਂਜੀ, ਆਨ ਮਿਲੈ ਕੀਰਤਪੁਰ ਜਾਲਾ। ਵਿਸਾਖੀ ਤੇ ਦੀਵਾਲੀ ਨੂੰ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਕੀਰਤਪੁਰ ਸਾਹਿਬ ਆਉਂਦੀਆਂ ਸਨ। ਹਾਂਜੀ, ਮਨੋ ਕਾਮਨਾ ਚਾਹੈ ਸੋ ਪਾਵੈ, ਹਾਂਜੀ, ਕਰਾਮਾਤ ਕਾਮਲ ਦਰਸਾਵੈ। ਤੇ ਕਰਦਿਆਂ ਕਰਦਿਆਂ ਸੰਗਤ ਕੋਈ ਕਿਉਂ ਸ਼ੰਕਾਵਾਦੀ ਵੀ ਬੜੇ ਹੁੰਦੇ ਜੀ। ਇੱਕਦਮ 15 ਸਾਲ ਦੇ ਜਦੋਂ ਉਮਰ ਦਾ ਬਾਲਕ ਗੁਰਤਾ ਗੱਦੀ ਤੇ ਬਹਿ ਜੇ, ਮਾਫ ਕਰਿਓ ਮੈਂ ਦੁਨਿਆਵੀ ਬੋਲੀ ਬੋਲਣੇ ਆ ਜੀ, ਤੇ ਲੋਕ ਸ਼ੰਕਾ ਕਰ ਹੀ ਲੈਂਦੇ ਜੀ। ਪਰ ਜਦੋਂ ਮਨੋਕਾਮਨਾਵਾਂ ਹੋਣ ਪੂਰੀਆਂ, ਮਨ ਇੱਛੇ ਫਲ ਮਿਲਣ, ਫਿਰ ਵੱਡੇ ਵੱਡੇ ਤਰੱਕੀ ਵੀ ਮੰਨ ਗਏ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਦਾ ਰੂਪ ਨੇ। ਹਾਂਜੀ, ਸੂਰਜ ਮਲ ਪ੍ਰਾਪਤ ਸੁਖ ਰਾਸਾ, ਹਾਂਜੀ, ਬੈਠੇ ਬਿਕਸ ਭਤੀਜੇ ਪਾਸਾ। ਬਾਬਾ ਸੂਰਜਮਲ ਜੀ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਸਾਰੀ ਉਮਰ ਸੇਵਾ ਕਰਦੇ ਰਹੇ ਜੀ ਗੁਰੂ ਜੀ ਦੀ। ਹਾਂਜੀ, ਚਾਹੈ ਸੋ ਪਾਵੇਂ ਬਸਤ ਮਹਾਨਾ, ਮਿਲਿਓ ਕਰਤ ਆਪਣੀ ਗੁਜ਼ਰਾਨਾ। ਤੇ ਬਾਬਾ ਸੂਰਜਮਲ ਜੀ ਨੇ ਮਨ ਵਿੱਚ ਕਿਸੇ ਵਸਤੂ ਦਾ ਫੁਰਨਾ ਹੀ ਬਣਾਉਣਾ ਜੀ। ਗੁਰੂ ਹਰਿਰਾਏ ਸਾਹਿਬ ਨੇ ਸਤਿਕਾਰ ਨਾਲ ਕੋਲ ਬਿਠਾ ਕੇ ਉਹ ਵਸਤੂ ਦੇ ਦੇਣੀ ਜੀ। ਲੈ ਲਓ ਲੈ ਲਓ, ਹੈ ਤਾਂ ਵੱਡੇ ਸਨ ਰਿਸ਼ਤੇ 'ਚ, ਚਾਚਾ ਜੀ ਸਨ ਜੀ। ਉਹ ਵਸਤੂ ਦੇ ਦੇਣੀ ਵੀ ਲੈ ਲਓ ਜੀ। ਹਾਂਜੀ, ਜਿਮ ਸ਼੍ਰੀ ਹਰਗੋਬਿੰਦ ਢਿੱਗ ਆਵੈ। ਵੇਖੋ ਕਮਾਲ ਦੀ ਗੱਲ ਇਹ ਹੈ, ਜਿਸ ਤਰੀਕੇ ਦਾ ਸਤਿਕਾਰ ਗੁਰੂ ਹਰਗੋਬਿੰਦ ਸਾਹਿਬ ਬਾਬਾ ਸੂਰਜਮਲ ਜੀ ਦਾ ਕਰਦੇ ਸਨ, ਓਨਾ ਹੀ ਸਤਿਕਾਰ ਗੁਰੂ ਹਰਿਰਾਏ ਸਾਹਿਬ ਕਰਦੇ ਜੀ। ਫਰਕ ਨਹੀਂ ਗੁਰੂ ਜੀ ਨੇ ਰੱਖਿਆ ਜੀ। ਹਾਂਜੀ, ਤਿਮ ਚਾਹੋਂ ਦੇਸ਼ ਤੇ ਸਿੱਖ ਉਮੜਾਵੈ। ਤੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਕੋ ਸੰਗਤਾਂ ਆਉਂਦੀਆਂ ਨੇ, ਉਵੇਂ ਹੀ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਦੇ ਕੋਲ ਸੰਗਤਾਂ ਆਉਣ ਲੱਗ ਪਈਆਂ। ਹਾਂਜੀ, ਕੇਤਿਕ ਚਿਤ ਮੈਂ ਚਿਤਵਤ ਬਾਤੀ, ਹਾਂਜੀ, ਪਰਖਨ ਹਿਤ ਅਜ਼ਮਤ ਬਖਿਆਤੀ। ਤੇ ਗੱਜ ਕੇ ਆਖੋ ਵਾਹਿਗੁਰੂ। ਕਈ ਜਦੋਂ ਨਵੇਂ ਨਵੇਂ ਕੀਰਤਪੁਰ ਸਾਹਿਬ ਆਉਣ ਲੱਗੇ ਨਾ, ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਸੁਣ ਕੇ ਉਹਨਾਂ ਹਿਰਦੇ ਵਿੱਚ ਸ਼ੰਕਾ ਲੈ ਕੇ ਆਉਣਾ ਜੀ, ਤਰਕ ਲੈ ਕੇ ਆਉਣਾ ਜੀ ਵੀ ਇਹ ਬਾਲਕ ਕਿਵੇਂ ਇੰਨੇ ਵੱਡੇ ਗੁਰੂ ਬਣ ਗਏ ਜੀ। ਹਾਂਜੀ, ਤੇ ਗੁਰੂ ਹਰਿਰਾਏ ਸਾਹਿਬ ਨੇ ਉਹਨਾਂ ਦੀ ਪਰਖ ਚੋਂ ਲੰਘ ਕੇ ਤੇ ਉਹਨਾਂ ਦੇ ਮਨ ਠੰਡੇ ਕਰ ਦੇਣੇ ਜੀ। ਭਾਵ ਪਰਖਦੇ ਹੁੰਦੇ ਸੀਗੇ ਜੀ, ਆ ਕੇ ਗੁਰੂ ਹਰਿਰਾਏ ਸਾਹਿਬ ਨੂੰ ਪਰਖਣਾ ਜੀ ਉਹਨਾਂ ਨੇ। ਹਾਂਜੀ, ਕਰਾਮਾਤ ਰਤਨਾ ਕਰ ਭਰਿਓ। ਪਰ ਉਹਨਾਂ ਦੇ ਵੀ ਹੱਥ ਜੁੜ ਜਾਂਦੇ ਵੀ ਇਹ ਵਾਕੇ ਉਹੋ ਹੀ ਰੂਪ ਨੇ, ਇਹ ਗੁਰੂ ਹਰਗੋਬਿੰਦ ਸਾਹਿਬ ਦਾ ਹੀ ਰੂਪ ਨੇ। ਹਾਂਜੀ, ਕਿਮਸੋਂ ਦੁਰਹੈ ਤਰਨ ਚੰਨ ਚਰਿਓ। ਗੁਰਮੁਖੋ ਭਾਈ ਸੰਤੋਖ ਸਿੰਘ ਜੀ ਕਹਿੰਦੇ, ਜਦੋਂ ਸੂਰਜ ਚੜ ਜਾਏ, ਗੱਜ ਕੇ ਆਖੋ ਵਾਹਿਗੁਰੂ, ਜਦੋਂ ਸੂਰਜ ਚੜ ਜਾਵੇ ਤੇ ਸੂਰਜ ਨੀਚੇ ਲੁਕਿਆ ਰਹਿੰਦਾ ਜੀ। ਹਾਂਜੀ, ਹੁਣ ਦੱਸੋ ਸੂਰਜ ਚੜ ਜੇ ਤੇ ਸੂਰਜ ਆਖੇ ਵੀ ਮੈਂ ਚੜਿਆ ਵੀ ਰਵਾਂ ਤੇ ਲੁਕਿਆ ਵੀ ਰਵਾਂ, ਗੱਲ ਨਹੀਂ ਬਣੇਗੀ ਜੀ। ਸੂਰਜ ਪ੍ਰਗਟ ਹੋ ਹੀ ਜਾਂਦਾ ਜੀ। ਤੇ ਗੁਰੂ ਹਰਿਰਾਏ ਸਾਹਿਬ ਤੇ ਸੂਰਜਾਂ ਦੇ ਵੀ ਸੂਰਜ ਨੇ ਜੀ। ਹਾਂਜੀ, ਸਾਰੇ ਆਸੇ ਪਾਸੇ ਪ੍ਰਗਟ ਹੋ ਗਿਆ। ਗੁਰੂ ਹਰਿਰਾਏ ਸਾਹਿਬ ਹੀ ਗੁਰੂ ਹਰਗੋਬਿੰਦ ਸਾਹਿਬ ਦਾ ਰੂਪ ਨੇ। ਹਾਂਜੀ, ਚਾਹੋ ਚੱਕਨ ਸੰਸੈ ਜੋ ਅੰਧੇਰਾ, ਹਾਂਜੀ, ਕਰਿਓ ਦੂਰ ਨਹਿ ਲਾਗੀ ਦੇਰਾ। ਸਤਿਗੁਰੂ ਨੇ ਬੜੀ ਕਿਰਪਾ ਕੀਤੀ ਜੀ। ਚਾਰੇ ਪਾਸੇ ਜਿਹੜੇ ਸ਼ੰਕੇ ਫੈਲੇ ਹੋਏ ਸੀ ਨਾ ਜੀ, ਸਤਿਗੁਰੂ ਛੋਟੀ ਜੀ ਉਮਰ ਦਿਆਂ ਨੂੰ ਗੁਰਤਾ ਗੱਦੀ ਤੇ ਬਿਠਾ ਕੇ, ਮਾਫ ਕਰਿਓ ਦੁਨਿਆਵੀ ਅੱਖਾਂ ਤੇ ਬੜਾ ਵੱਡਾ ਪਰਦਾ ਰਹਿੰਦਾ ਜੀ। ਆ ਸਰੀਰ ਦਾ ਪੁਤਲਾ ਲੰਮੀ ਉਮਰ ਦਾ ਹੋ ਜੇ ਤੇ ਬੜਾ ਮਾਣ ਹੁੰਦਾ ਜੀ। ਹਾਂਜੀ, ਜਿਹੜਾ ਪਰਦਾ ਸੀ ਨਾ ਜੀ ਭਰਮ ਦਾ, ਗੁਰੂ ਹਰਿਰਾਏ ਸਾਹਿਬ ਨੇ ਸਾਰਿਆਂ ਦੀਆਂ ਅੱਖਾਂ ਤੋਂ ਲਾ ਦਿੱਤਾ ਜੀ। ਹਾਂਜੀ, ਭਗਤੂ ਰਹਿ ਨਿਕਟ ਹੱਥ ਧਰੈ। ਹਾਂਜੀ, ਪ੍ਰੇਮ ਸਹਿਤ ਦਰਸ਼ਨ ਕੋ ਕਰੈ। ਇੱਥੋਂ ਫਿਰ ਨਵਾਂ ਪ੍ਰਸੰਗ ਸ਼ੁਰੂ ਹੋ ਜਾਂਦਾ ਬਾਬਾ ਭਗਤੂ ਜੀ ਦਾ ਜੀ। ਉਹ ਪ੍ਰੇਮ ਨਾਲ ਦਰਸ਼ਨ ਕਰਦੇ, 6-6 ਮਹੀਨੇ ਗੁਰੂ ਜੀ ਦੇ ਕੋਲ ਆ ਕੇ ਰਹਿੰਦੇ ਜੀ। ਹੁਣ ਇਹਦੇ ਤੋਂ ਅੱਗੇ ਜਿਹੜਾ ਪ੍ਰਸੰਗ ਹੈ ਉਹ ਤੇ ਫਿਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਬਾਬਾ ਭਗਤੂ ਜੀ ਦੀ ਵੀ ਬੜੀ ਕਮਾਈ ਸੀਗੀ ਜੀ। ਹਾਂਜੀ, ਕਮਾਲ ਦੀ ਗੱਲ ਇਹ ਹੈ,
बड़े बड़े ब्रह्म ज्ञानी सिख गुरु साहब दे कोल आके सेवा करते हुंदे सीगे जी। बड़े बड़े ब्रह्म ज्ञानी सिख, क्यों उन्हां नूं पता ये दातां गुरु जी दे कोलों लईआं जी। उन्हां नूं पता बाबा भगतू जी की बड़ी महान अवस्था सीगी जी। हाँ जी, बहुत महान अवस्था सीगी बाबा भगतू जी की। इन्हां दे कथा प्रसंग तुसीं पिछे सुण ही चुके हो। हाँ जी, हुण अगली कथा जिहड़ी वो आपां कल नूं सरवण करांगे। 2 मिनट रह गए ने, सावधान हो जाओ ते कुछ समा वाहिगुरू वाहिगुरू जप के फिर आपां खिमा मंगांगे जी। साध संगत जी बड़े ही प्रेम दे नाल सारी संगत नेत्र करो बंद ते गज के आखो जी वाहे गुरु वाहे गुरु। पूरी सुरत शब्द विच टकाउण दा यतन करिए। वाहे गुरु 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 वाहे वाहे गुरु 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 वाहे गुरु। सच्चे पातशाह मेहर करन दया करन, होइयां भुल्लां चुकां दी खिमा बख्शिश करो जी। हुण इहदे तो अगला इतिहास आपां कल दे दीवानां विच सरवण करांगे। कथा हुण सतगुरु श्री गुरु हरराय साहब जी आप किरपा करन, अपनी कथा आप करवाउण ते सानू बिठा के आप ही सुणाउण जी। भुल्लां चुकां दी खिमा दोवें हथ जोड़ के गज के फतेह बुलाओ जी। वाहिगुरू जी का खालसा वाहिगुरू जी की फतेह।